ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ, ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ। ਇਹ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35-40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ। ਨਾਲੇ ਤੇ ਸਹਿਜ ਪਾਠ ਕਰਦਿਆਂ ਕਰਦਿਆਂ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ। ਨਾਲੇ ਇੱਕ ਆਨੰਦ ਬਣੇਗਾ, ਇੱਕ ਫਖਰ ਜਾਗੇਗਾ। ਇੱਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ। ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਕੁਝ ਸੰਸਥਾਵਾਂ ਨੇ ਇਸ ਨੂੰ ਖੁਦ ਆਪ ਸਹਿਜ ਪਾਠ ਕਰੋ ਦੀ ਲਹਿਰ ਵਜੋਂ ਪ੍ਰੇਰਨਾ ਦਿੱਤੀ ਹੈ ਤੇ ਕੁਝ ਕੁ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਪ੍ਰੇਰਿਤ ਕਰਦੇ ਰਹਿਣਾ ਹੈ। ਜਿਨ੍ਹਾਂ ਨੇ ਹਾਲੇ ਤੱਕ ਸਹਿਜ ਪਾਠ ਨਹੀਂ ਸ਼ੁਰੂ ਕੀਤਾ, ਤੁਸੀਂ YouTube ਤੇ ਜਾਣਾ, ਉੱਥੇ ਗੁਰਗਿਆਨ ਟੀਵੀ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਇਸ ਲੋਗੋ ਤੇ ਗੁਰਗਿਆਨ ਟੀਵੀ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਉੱਥੇ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉੱਥੋਂ ਤੁਸੀਂ ਪਿਛਲੇ ਸਾਰੇ ਐਪੀਸੋਡਸ ਸੁਣ ਸਕਦੇ ਹੋ। ਰੋਜ਼ਾਨਾ ਐਪੀਸੋਡ ਅਪਲੋਡ ਹੁੰਦਾ ਹੈ। ਖੁਦ ਆਪ ਸਹਿਜ ਪਾਠ ਕਰੋ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੋ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਅਰਥਾਂ ਸਮੇਤ ਦੀਦਾਰ ਕਰਦੇ ਹਾਂ। ਅੱਜ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 158 ਦੇ ਉੱਪਰ ਅੰਕਿਤ ਗੌੜੀ ਰਾਗ ਦੀ ਬਾਣੀ ਚੱਲ ਰਹੀ ਹੈ। ਤੀਸਰੇ ਪਾਤਸ਼ਾਹ ਜੀ ਦੇ ਚੌਪਦੇ ਚੱਲ ਰਹੇ ਨੇ। ਗੌੜੀ ਰਾਗ ਦਾ ਇਹ 22ਵਾਂ ਸ਼ਬਦ ਹੈ ਔਰ ਤੀਸਰੇ ਪਾਤਸ਼ਾਹ ਦਾ ਇਹ ਦੂਸਰਾ ਸ਼ਬਦ ਹੈ। ਉਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਸਨ। ਉਹ ਕਰੀਏ ਦੀਦਾਰ ਜੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਗੁਆਰੇਰੀ। ਗੁਆਰੇਰੀ ਇਸ ਗੌੜੀ ਦੀ ਕਿਸਮ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ। ਗੁਰ ਤੇ ਗਿਆਨ ਪਾਏ ਜਨ ਕੋਏ। ਜਦੋਂ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ ਨੂੰ ਵਿਚਾਰਾਂਗੇ, ਗੁਰੂ ਸਾਹਿਬ ਦੇ ਉਪਦੇਸ਼ਾਂ ਦੀ ਸਮਝ ਲੱਗੇਗੀ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਸੋਚ ਸੁਭਾਅ ਤੇ ਲਾਗੂ ਕਰਾਂਗੇ ਤਾਂ ਅੰਦਰ ਸੋਝੀ ਆਏਗੀ, ਗਿਆਨ। ਜਿਹੜੇ ਇਹ ਗੁਰੂ ਉਪਦੇਸ਼ ਤੋਂ ਸੋਝੀ ਪ੍ਰਾਪਤ ਕਰਦੇ ਨੇ, ਉਹ ਵਾਹਿਗੁਰੂ ਜੀ ਦੇ ਸੇਵਕ ਬਣ ਜਾਂਦੇ ਨੇ। ਜਨ ਹੋਏ ਉਹ ਬਿਰਲੇ ਨੇ, ਕਿਉਂਕਿ ਹਰ ਇੱਕ ਦਾ ਇੱਧਰ ਪਿਆਰ ਨਹੀਂ, ਹਰ ਇੱਕ ਦਾ ਇਸ ਮਾਰਗ ਵਾਲੇ ਪਾਸੇ ਲਗਨ ਨਹੀਂ, ਹਰ ਇੱਕ ਨੂੰ ਸੋਝੀ ਨਹੀਂ, ਖਿੱਚ ਨਹੀਂ, ਕਿਉਂਕਿ ਉਹਨਾਂ ਨੂੰ ਆਪਣੇ ਪਰਿਵਾਰ ਵਿੱਚੋਂ, ਸਮਾਜ ਵਿੱਚੋਂ, ਕਲਚਰ ਵਿੱਚੋਂ ਉਸ ਤਰ੍ਹਾਂ ਦਾ ਮਾਹੌਲ ਮਿਲਿਆ ਹੀ ਨਹੀਂ। ਵਿਰਲੇ ਨੇ ਜਿਨ੍ਹਾਂ ਨੂੰ ਇਹ ਉਸ ਤਰ੍ਹਾਂ ਦਾ ਮਾਹੌਲ ਮਿਲਦਾ ਹੈ। ਇੱਧਰ ਖਿੱਚ ਬਣਦੀ ਹੈ, ਲਗਨ ਬਣਦੀ ਹੈ। ਉਹ ਆਪਣੇ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸਮਝਦੇ ਨੇ, ਸੋਚ ਸੁਭਾਅ ਤੇ ਲਾਗੂ ਕਰਦੇ ਨੇ। ਗੁਰ ਤੇ ਬੂਝੈ ਸੀਝੈ ਸੋਏ। ਉਹ ਆਪਣੇ ਗੁਰੂ ਸਾਹਿਬ ਦੇ ਕੋਲ ਜਾਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਗੁਰ ਸਰੂਪ ਜੋ ਸੱਚਾ ਗਿਆਨ ਹੈ, ਜੋ ਰੱਬੀ ਉਪਦੇਸ਼ ਨੇ, ਉਹਦੇ ਦੀਦਾਰ ਕਰਦੇ ਨੇ ਤੇ ਗੁਰੂ ਦੇ ਉਪਦੇਸ਼ ਰਾਹੀਂ ਉਹ ਆਪਣੇ ਜੀਵਨ ਨੂੰ, ਸੋਚ ਸੁਭਾਅ ਨੂੰ ਬੁੱਝਦੇ ਨੇ, ਸੰਵਾਰਦੇ ਨੇ। ਇਸ ਰਸਤੇ ਦੀ ਸੋਝੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਉਹ ਜਦੋਂ ਸੋਝੀ ਪ੍ਰਾਪਤ ਹੁੰਦੀ ਹੈ, ਉਹਦੇ ਪਿੱਛੇ ਤਿੰਨ ਚੀਜ਼ਾਂ ਨੇ।
ਗੁਰ ਤੇ ਸਹਿਜ ਸਾਚ ਵਿਚਾਰ, ਇੱਕ ਹੈ ਸਹਿਜ। ਅਡੋਲਤਾ ਚਾਹੀਦੀ ਹੈ। ਅੱਜ ਅੱਜ ਦੇ ਯੁੱਗ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਿਆਣੇ ਸੱਜਣ ਕਹਿੰਦੇ ਨੇ ਕੰਟੀਨਿਊ ਪ੍ਰੋਸੈਸ ਚਾਹੀਦਾ ਹੈ। ਇਹ ਨਹੀਂ ਇੱਕ ਦਿਨ ਕਰ ਲਿਆ, 2 ਦਿਨ ਛੱਡਤਾ, 2 ਦਿਨ ਕਰ ਲਿਆ, 4 ਦਿਨ ਛੱਡਤਾ। ਚਾਹੇ ਉਹ ਐਜੂਕੇਸ਼ਨ ਹੈ, ਚਾਹੇ ਬਿਜ਼ਨਸ ਹੈ, ਲਗਨ ਨਾਲ ਹੀ ਸਿਰੇ ਲੱਗਦਾ ਹੈ। ਉਹ ਜੋ ਕੰਟੀਨਿਊ ਪ੍ਰੋਸੈਸ ਹੈ, ਲਗਾਤਾਰ ਨਿਰੰਤਰ ਯਤਨ, ਕੰਟੀਨਿਊ ਪ੍ਰੋਸੈਸ ਨੂੰ ਆਪਾਂ ਕਵਾਂਗੇ ਲਗਾਤਾਰ ਨਿਰੰਤਰ ਯਤਨ, ਉਹਨੂੰ ਸਹਿਜ ਕਿਹਾ ਹੈ। ਅਡੋਲਤਾ ਤੋਂ ਬਿਨਾਂ ਨਹੀਂ ਹੁੰਦਾ, ਨੰਬਰ 1। ਨੰਬਰ 2, ਸਾਚ ਵਿਚਾਰ, ਸੱਚ ਦੇ ਮਾਰਗ ਦੀ, ਸੱਚ ਦੇ ਗੁਣਾਂ ਦੀ, ਰੱਬੀ ਉਪਦੇਸ਼ ਦੀ, ਸੱਚੇ ਗਿਆਨ ਦੀ, ਰੱਬ ਦੇ ਨਿਯਮਾਂ ਦੀ ਵਿਚਾਰ। ਇਹਨੂੰ ਸੌਖਾ ਜਿਹਾ ਕਹਿ ਦਈਏ, ਗੁਰਬਾਣੀ ਦੇ ਉਪਦੇਸ਼, ਸਿੱਖਿਆਵਾਂ ਤੇ ਗੁਰਬਾਣੀ ਦੇ ਦੱਸੇ ਸਿਧਾਂਤ, ਗੁਰਬਾਣੀ ਨੂੰ ਵਿਚਾਰਨਾ, ਜ਼ਿੰਦਗੀ ਤੇ ਲਾਗੂ ਕਰਨਾ, ਮੰਨਣਾ। ਤੀਸਰਾ ਹੈ ਗੁਰ ਤੇ ਪਾਏ ਮੁਕਤ ਦੁਆਰ। ਗੁਰੂ ਦੇ ਉਪਦੇਸ਼ ਤੋਂ ਸਿੱਖਣਾ ਕੀ ਹੈ? ਸਾਡੇ ਮਨ ਦੀਆਂ, ਸਾਡੀ ਮੱਤ ਦੀਆਂ ਆਦਤਾਂ ਨੇ। ਉਹਨਾਂ ਆਦਤਾਂ ਵਿੱਚ ਵੱਜਾ ਹੋਇਆ ਮਨ ਤੇ ਉਹਨਾਂ ਆਦਤਾਂ ਵਿੱਚ ਵੱਜੀ ਹੋਈ ਮੱਤ ਆਪਣੇ ਆਪ ਖਿੱਚੀ ਜਾਂਦੀ ਹੈ, ਕਦੀ ਹੰਕਾਰ ਵੱਲ, ਕਦੀ ਕ੍ਰੋਧ ਵੱਲ, ਕਦੀ ਲੋਭ ਵੱਲ, ਕਦੀ ਕੁਸੰਗ ਵੱਲ, ਕਦੀ ਪਸ਼ੂ ਪ੍ਰਵਿਰਤੀਆਂ ਵੱਲ। ਉਹ ਆਦਤਾਂ ਤੋਂ ਮੁਕਤੀ ਪਾਉਣੀ ਹੈ। ਇਹਨੂੰ ਜੀਵਨ ਮੁਕਤ ਕਹਿੰਦੇ ਨੇ। ਗੁਰਮੁਖ ਜੀਵਨ ਤੇ ਗੁਰਮਤ ਵਾਲੀ ਸੋਚ ਵਾਲੇ ਜੀਵਨ ਦੀਆਂ ਆਦਤਾਂ ਚਾਹੀਦੀਆਂ ਨੇ। ਉਹਦਾ ਦੁਆਰਾ ਕੀ ਹੈ? ਉਹ ਭਾਵਨਾ ਤੇ ਸੋਝੀ ਹੀ ਅੰਦਰ ਉਹ ਦੁਆਰਾ ਹੈ। ਜਿਹੜੀ ਭਾਵਨਾ, ਅੰਦਰਲੀ ਭਾਵਨਾ ਕਰਕੇ ਉਹ ਮਾਰਗ ਚੰਗਾ ਲੱਗ ਰਿਹਾ ਹੈ, ਉਹ ਭਾਵਨਾ ਮਿਟੇਗੀ ਤੇ ਗੁਰੂ ਦੇ ਮਾਰਗ ਤੇ ਤੁਰਨ ਦੀ ਭਾਵਨਾ ਬਣੇਗੀ। ਪਹਿਲਾਂ ਉਸ ਮਾਰਗ ਤੇ ਤੁਰਦਾ ਸੀ, ਉਹਦੀ ਸੋਝੀ ਸੀ, ਫਿਰ ਇਸ ਮਾਰਗ ਤੇ ਤੁਰੇਗਾ, ਇਹਦੀ ਸੋਝੀ। ਇਹ ਭਾਵਨਾ ਤੇ ਸੋਝੀ ਦੇ 2 ਦਰਵਾਜ਼ੇ ਨੇ ਅੰਦਰ। ਇਹ ਜਿਹੜਾ 10ਵਾਂ ਦੁਆਰ ਹੈ, ਇਹਨਾਂ ਅੱਖਾਂ ਕੰਨਾਂ ਦੇ ਅੰਦਰ ਰੱਖੋ ਵਾਹਿਗੁਰੂ। ਇਹਦੀ ਫਿਰ ਸੋਝੀ ਆਉਂਦੀ ਹੈ, ਇਹਨੂੰ ਬੁੱਝਦਾ ਹੈ, ਸਮਝਦਾ ਹੈ, ਜ਼ਿੰਦਗੀ 'ਚ ਜਿਉਂਦਾ ਹੈ। ਪੂਰਾ ਭਾਗ ਮਿਲਾ ਗੁਰ ਆਏ। ਗੁਰ ਸਰੂਪ, ਗੁਰੂ ਦੇ ਉਪਦੇਸ਼, ਰੱਬੀ ਸਰੂਪ, ਰੱਬੀ ਉਪਦੇਸ਼, ਸੱਚਾ ਗਿਆਨ, ਉਹਨੇ ਅੰਦਰ ਗੁਣਾਂ ਵਾਲਾ ਭਾਗ ਪੈਦਾ ਕਰ ਦੇ। ਇਹਨੂੰ ਪੂਰੇ ਭਾਗ ਕਿਹਾ। ਅੰਦਰ ਚੰਗੀਆਂ ਭਾਵਨਾਵਾਂ, ਚੰਗੇ ਵਿਚਾਰ, ਚੰਗੀ ਸੋਚ ਅੰਦਰ ਪੈਦਾ ਹੋਏਗੀ। ਇਹਦੇ ਨਾਲ ਹੀ ਗੁਰਮਿਲਾਪ ਹੋਏਗਾ। ਜਿੰਨਾ ਚਿਰ ਅੰਦਰ ਗੁਣ ਨਹੀਂ, ਇਹਨੂੰ ਗੁਰੂ ਦੇ ਉਪਦੇਸ਼ ਵਾਲਾ ਮਾਰਗ ਚੰਗਾ ਨਹੀਂ ਲੱਗਦਾ। ਦੋਨੋਂ ਇੱਕ ਦੂਸਰੇ ਦੇ ਪੂਰਕ ਨੇ। ਗੁਣਾਂ ਨੇ ਗੁਰੂ ਦੇ ਉਪਦੇਸ਼ ਦੇ ਮਾਰਗ ਤੇ ਤੁਰਨ ਦੀ ਪ੍ਰੀਤ ਵਧਾਉਣੀ ਹੈ, ਭਾਵਨਾ, ਲਗਨ, ਜਜ਼ਬਾ ਵਧਾਉਣਾ ਹੈ। ਤੇ ਗੁਰੂ ਦੇ ਉਪਦੇਸ਼ਾਂ ਨੇ ਇਹ ਗੁਣ ਪੈਦਾ ਕਰਨੇ ਨੇ। ਇਹਨੂੰ ਵਪਾਰ ਕਿਹਾ, ਇਹਨੂੰ ਵਣਜ ਕਿਹਾ ਜ਼ਿੰਦਗੀ ਦਾ। ਇਸੇ ਨੂੰ ਹੀ ਨਿਤ ਕਿਹਾ ਹੈ, ਸੌਣ ਲੱਗਿਆਂ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ। ਇਹਦੇ ਚੋਂ ਫਿਰ ਪ੍ਰਾਪਤੀ ਹੁੰਦੀ ਹੈ, ਸੱਚ ਹੈ, ਸਹਿਜ, ਸੱਚ ਸਮਾਏ, ਸੱਚ ਦੇ ਮਾਰਗ ਤੇ, ਸੱਚ ਦੇ ਸਿਧਾਂਤ, ਸੱਚ ਦਾ ਗਿਆਨ, ਸੱਚ ਦੇ ਗੁਣ, ਸੱਚੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਨਿਯਮ, ਇਹਦੇ ਨਾਲ ਪਿਆਰ ਬਣ ਜਾਂਦਾ ਹੈ। ਤੁਰਨ ਦੀ ਇੱਕ ਅਡੋਲਤਾ ਹੁੰਦੀ ਹੈ, ਕੰਟੀਨਿਊ ਪ੍ਰੋਸੈਸ ਬਣ ਜਾਂਦਾ, ਨਿਰੰਤਰ ਯਾਰੀ, ਹਰ ਵੇਲੇ ਅੰਦਰੋਂ ਯਤਨਸ਼ੀਲ। ਇਹਦੇ ਵਿੱਚ ਮਨ ਸਮਾਇਆ ਰਹਿੰਦਾ, ਇਹਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਹੈ। ਰਹਾਉ, ਇਹ ਸੈਂਟਰਲ ਆਈਡੀਆ ਹੈ ਇਸ ਸ਼ਬਦ ਦਾ। ਅੱਗੋਂ ਦੂਜਾ ਪਦਾ ਹੈ, ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ। ਗੁਰੂ ਦੇ ਉਪਦੇਸ਼ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ, ਲੱਭਾ ਲੱਭ ਭਰਿਆ ਪਿਆ ਸੱਚਾ ਗਿਆਨ, ਰੱਬੀ ਗਿਆਨ ਹੈ। ਉਹਨੂੰ ਸਿੱਖਣ ਦਾ ਇੱਕੋ ਹੀ ਤਰੀਕਾ ਹੈ, ਬਾਣੀ ਪੜ੍ਹਨੀ, ਸੁਣਨੀ, ਇਹ ਸੋਚ ਕੇ ਇਸ ਭਾਵਨਾ ਵਿੱਚ ਗੁਰੂ ਸਾਹਿਬ ਕਹਿ ਕੀ ਰਹੇ ਨੇ। ਉਹ ਜੋ ਆਵਾਜ਼ ਹੈ ਜਿਸ ਰਾਹੀਂ ਉਹ ਸੱਚਾ ਗਿਆਨ ਦੱਸਿਆ ਜਾ ਰਿਹਾ, ਉਹ ਜੋ ਆਵਾਜ਼ ਹੈ ਜਿਸ ਰਾਹੀਂ ਉਪਦੇਸ਼ ਦੱਸਿਆ ਜਾ ਰਿਹਾ ਹੈ, ਉਹ ਆਵਾਜ਼ ਸਤਿਗੁਰ ਸਰੂਪ ਹੈ। ਇਹ ਮਿਲਾਪ ਚਾਹੀਦਾ, ਸਤਿਗੁਰ ਸਰੂਪ ਨਾਲ ਪਿਆਰ ਚਾਹੀਦਾ।
ਉਸਨੇ ਫਿਰ ਗੁਰੂ ਦੇ ਸ਼ਬਦ ਸਰੂਪ ਦੇ ਦੀਦਾਰ ਕਰਨੇ ਨੇ, ਗੁਰੂ ਦੇ ਉਪਦੇਸ਼ ਦੇ ਦੀਦਾਰ ਕਰਵਾਉਣੇ ਨੇ। ਮਿਲਾਪ ਕਰਵਾਉਣਾ ਗੁਰੂ ਦੇ ਉਪਦੇਸ਼ ਨਾਲ। ਜਦੋਂ ਗੁਰੂ ਦੇ ਉਪਦੇਸ਼ ਨਾਲ ਮਿਲਾਪ ਹੋ ਗਿਆ, ਭਾਵ ਮਨ ਮੰਨਣ ਤੁਰ ਪਿਆ, ਮਨ ਨੂੰ ਚੰਗਾ ਲੱਗਣ ਲੱਗ ਪਿਆ। ਸਭ ਤੋਂ ਪਹਿਲਾਂ ਅੰਦਰ ਸੈਲਫਿਸ਼ ਥਾਟ ਜਿਹੜੀ ਹੈ ਇਹ ਮਿਟੇਗੀ। ਤ੍ਰਿਸ਼ਨਾ ਅਗਨ, ਇੱਕ ਅੰਦਰ ਸੈਲਫਿਸ਼ ਥਾਟ ਹੈ ਮਨੁੱਖ ਦੇ ਅੰਦਰ। ਮੈਂ ਆਪਣੇ ਲਈ, ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ ਬਹੁਤ ਕੁਝ ਬਣਾ ਲਾਂ। ਤ੍ਰਿਸ਼ਨਾ ਇਸ ਨੂੰ ਇਸ ਲਈ ਕਹਿੰਦੇ ਨੇ, ਐਸਾ ਖੂਹ ਹੈ ਜਿਹੜਾ ਨਾ ਕਦੀ ਕਿਸੇ ਦਾ ਭਰਿਆ ਤੇ ਨਾ ਭਰਨਾ ਹੈ। ਇਹ ਐਸੀ ਅੱਗ ਹੈ। ਇਹਦੀ ਉਲਝਣ ਤਾਣੀ ਵਿੱਚ ਮਨੁੱਖ ਆਪਣੀ ਜ਼ਿੰਦਗੀ ਵਿੱਚੋਂ ਬਹੁਤ ਕੁਝ ਗਵਾ ਲੈਂਦਾ ਹੈ। ਜਦੋਂ ਗੁਰੂ ਦੇ ਉਪਦੇਸ਼ ਨਾਲ ਪਿਆਰ ਬਣਦਾ ਹੈ ਮਨ ਦਾ, ਇਸ ਰੱਬੀ ਗਿਆਨ ਨੇ ਇਹਦੇ ਸੋਚ ਸੁਭਾਅ ਤੇ ਕਿਰਿਆ ਕਰਨੀ ਹੈ, ਇਹਦਾ ਨਜ਼ਰੀਆ ਬਦਲ ਦੇਣਾ ਹੈ। ਇਹ ਸੈਲਫਿਸ਼ ਹੋ ਕੇ ਨਹੀਂ ਚੱਲੇਗਾ, ਇਹਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਇਹ ਸੈਲਫਲੈਸ ਹੋ ਕੇ ਚੱਲੇਗਾ, ਉਹੀ ਬਿਰਤੀ ਪਰਉਪਕਾਰ ਵਾਲੇ ਪਾਸੇ ਤੁਰ ਪਵੇਗੀ। ਗੁਰ ਤੇ ਸ਼ਾਂਤ ਵਸੈ ਮਨ ਆਏ। ਫਿਰ ਗੁਰ ਉਪਦੇਸ਼ ਨੇ, ਗੁਰੂ ਪਾਤਸ਼ਾਹ ਦਾ ਗੁਰ ਸਰੂਪ ਰੱਬੀ ਗਿਆਨ ਸਿੱਖਿਆਵਾਂ, ਇਹ ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਕਲਪਦਾ ਸੀ, ਦੁਖੀ ਹੁੰਦਾ ਸੀ, ਅੰਦਰ ਤ੍ਰਿਸ਼ਨਾ ਦੀ ਅੱਗ ਸੀ, ਉਧਰੋਂ ਸ਼ਾਂਤ ਹੋ ਗਿਆ। ਪਰਉਪਕਾਰ ਦੇ ਰਸ ਵਿੱਚ ਇਹਨੂੰ ਅਸਲੀ ਮਾਰਗ ਮਿਲ ਗਿਆ ਤੇ ਮਨ ਇਸ ਪਿਆਰ ਵਿੱਚ ਭਿੱਜਿਆ ਹੋਇਆ ਇਸ ਮਾਰਗ ਤੇ ਤੁਰਨ ਦੀ ਜਾਂਚ ਸਿੱਖ ਗਿਆ। ਗੁਰ ਤੇ ਪਵਿੱਤ ਪਾਵਨ ਸੋਚ ਹੋਏ। ਫਿਰ ਗੁਰ ਸਰੂਪ ਨੇ ਇਹਦੀ ਸੋਚ ਤੇ ਸੁਭਾਅ ਨੂੰ ਸ਼ੁੱਧ ਕੀਤਾ, ਪਵਿੱਤ ਪਵਿੱਤ ਪਾਵਨ। ਇਹਨੂੰ ਸੁਚਮਤਾ ਕਹਿੰਦੇ ਆ ਅਖਵਾ। ਦੋ ਚੀਜ਼ਾਂ ਸੀ, ਇੱਕ ਸੁਚਮਤਾ, ਇੱਕ ਸਫਾਈ। ਸਫਾਈ ਸਰੀਰ ਲਈ ਜ਼ਰੂਰੀ ਹੈ। ਸਫਾਈ ਵਾਸਤੇ ਪਾਣੀ, ਸੋਪ, ਸ਼ੈਂਪੂ ਜੋ ਕੁਝ ਵੀ ਵਰਤਦੇ ਹਾਂ, ਉਹ ਸਰੀਰ ਦੀ ਸਫਾਈ ਵਾਸਤੇ ਹੈ। ਸਤਿਗੁਰਾਂ ਨੇ ਸਰੀਰ ਦੀ ਸਫਾਈ ਦੇ ਲਈ ਪਾਣੀ ਦੇ ਇਸ਼ਨਾਨ ਨਾਲ ਜੋੜਿਆ ਸੀ ਤੇ ਮਨ ਦੀ ਸਫਾਈ ਦੇ ਲਈ, ਮਤ ਦੀ ਸਫਾਈ ਦੇ ਲਈ, ਇਹਨੂੰ ਸੁਚਮਤਾ ਦੇ ਲਈ ਇਹਨੂੰ ਬਾਣੀ ਨਾਲ ਜੋੜਿਆ ਸੀ। ਆਖੋ ਮਨ ਤੇ ਮਤ ਨੂੰ ਸੁੱਚੇ ਕਰਨ ਵਾਸਤੇ, ਜੇ ਇਹ ਸੁਚਮਤਾ ਚਾਹੁੰਦਾ ਹੈ ਤਾਂ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇਹ ਸਿਧਾਂਤ ਸੀ। ਸਫਾਈ ਉਹਦੀ ਆਪਣੀ ਇੱਕ ਅਹਿਮੀਅਤ ਹੈ, ਉਹਦੀ ਆਪਣੀ ਇੱਕ ਕੀਮਤ ਹੈ। ਸੁਚਮਤਾ ਦੀ ਆਪਣੀ ਇੱਕ ਕੀਮਤ ਹੈ। ਗੁਰੂ ਦੇ ਉਪਦੇਸ਼ ਨੇ ਵਿਚਾਰਧਾਰਾ, ਸੋਚ ਸ਼ੁੱਧ ਕਰਨੀ ਹੈ ਤੇ ਇਹਨੇ ਸੁਚਮਤਾ ਪਾ ਲੈਣੀ ਆ। ਪਾਵਨ ਸੋਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰ ਸਰੂਪ ਤੋਂ ਉਪਦੇਸ਼ ਮਿਲਦੇ ਨੇ। ਉਪਦੇਸ਼ ਜਦੋਂ ਚੰਗੇ ਲੱਗਦੇ ਨੇ, ਇਹ ਉਪਦੇਸ਼ ਨਾਲ ਮਿਲਾਪ ਹੋ ਗਿਆ, ਸ਼ਬਦ ਮਿਲਾਵਾ। ਉਪਦੇਸ਼ ਨੂੰ ਮੰਨਣ ਤੁਰ ਪਿਆ। ਪਹਿਲਾਂ ਬਾਣੀ ਪੜ੍ਹਨੀ ਵੀ ਔਖੀ ਲੱਗਦੀ ਸੀ, ਹੁਣ ਤਾਂ ਮੰਨਣਾ ਵੀ ਸੌਖਾ ਲੱਗਦਾ ਹੈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ। ਫਿਰ ਅੰਦਰ ਇੱਕ ਇੱਛਾ ਬਣੀ, ਪ੍ਰੀਤਮ ਵਾਹਿਗੁਰੂ ਦਾ ਮਿਲਾਪ ਬਣਿਆ ਰਵੇ। ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਭੈ ਭਾਵਨੀ, ਸ਼ੁਕਰਾਨਾ, ਇਹਦਾ ਆਨੰਦ ਹੀ ਵੱਖਰਾ ਹੈ, ਇਹਦਾ ਰਸ ਹੀ ਵੱਖਰਾ ਹੈ। ਹਰ ਵੇਲੇ ਬਣਿਆ ਰਵੇ ਤੇ ਹਰ ਵੇਲੇ ਆਪਣੇ ਪਿਆਰੇ ਪ੍ਰੀਤਮ ਸੱਚੇ ਨਾਲ, ਸੱਚ ਦੇ ਗਿਆਨ ਨਾਲ ਸਾਂਝ ਬਣੀ ਰਵੇ ਤੇ ਗੁਣ ਗਾਵਾਂ ਹਰ ਵੇਲੇ। ਗੁਣ ਗਾਵਾਂ ਦੇ ਤਿੰਨ ਹਿੱਸੇ। ਗੁਣਾਂ ਨੂੰ ਜ਼ਿੰਦਗੀ 'ਚ ਜਿਉਣਾ, ਸ਼ੁਕਰਾਨਾ ਕਰਨਾ ਗੁਣ ਸਾਡੇ ਨੇ। ਗੁਣਾਂ ਨਾਲ ਪਰਉਪਕਾਰ ਕਰਨਾ, ਸ਼ੁਕਰਾਨਾ ਕਰਨਾ, ਕਿਉਂਕਿ ਪਰਉਪਕਾਰ ਦੇ ਲਈ ਬਿਰਤੀ ਚਾਹੀਦੀ ਹੈ, ਲਗਨ ਚਾਹੀਦੀ ਹੈ, ਜਜ਼ਬਾ ਚਾਹੀਦਾ ਹੈ, ਜਨੂਨ ਚਾਹੀਦਾ ਹੈ। ਇਹ ਸਭ ਕੁਝ ਵਾਹਿਗੁਰੂ ਦਾ। ਫਿਰ ਰੱਬ ਦੇ ਮਾਰਗ ਦੀ, ਗੁਰੂ ਦੇ ਮਾਰਗ ਦੀ, ਗੁਰੂ ਦੇ ਉਪਦੇਸ਼ਾਂ ਦੀ, ਗੁਰਮਤਿ ਦੀ ਵਿਚਾਰ ਕਰਨੀ, ਡਿਸਕਸ ਕਰਨੀ। ਡਿਸਕਸ ਕਰਨ ਦੀ ਭਾਵਨਾ ਹਰ ਵੇਲੇ ਰੱਖਣੀ, ਜਿੱਥੇ ਵੀ ਮੌਕਾ ਮਿਲੇ ਡਿਸਕਸ ਕਰਨੀ ਹੈ। ਅੰਦਰ ਭਾਵਨਾ ਇਹ ਰੱਖਣੀ ਹੈ ਕਿ ਡਿਸਕਸ ਕਰਦੇ ਹਾਂ, ਆਪ ਵੀ ਸਿੱਖਣਾ ਹੈ ਤੇ ਹੋਰਨਾਂ ਨੂੰ ਵੀ ਵੰਡਣਾ ਹੈ। ਇਹਨੂੰ ਗੁਣ ਗਾਉਣਾ, ਐਸੀ ਅੰਦਰ ਇੱਕ ਭਾਵਨਾ ਬਣੇਗੀ। ਨਾਨਕ ਸਾਚੇ ਸੱਚ ਸਮਾਵਾਂ। ਤੇ ਨਾਨਕ ਜੀ ਇਸ ਤਰੀਕੇ ਨਾਲ ਸੱਚ ਦੇ ਰਸ ਵਿੱਚ, ਸੱਚ ਵਾਹਿਗੁਰੂ ਜੀ ਦੇ ਗਿਆਨ ਵਿੱਚ, ਸੱਚ ਵਾਹਿਗੁਰੂ ਜੀ ਦੇ ਉਪਦੇਸ਼ਾਂ ਵਿੱਚ ਤੇ ਸੱਚ ਵਾਹਿਗੁਰੂ ਜੀ ਦੇ
ਉਹਦੀ ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਸਮਾ ਜਾਵਾਂ। ਐਸੀ ਭਾਵਨਾ ਇਹ ਜਿਉਣ ਦੀ ਇੱਕ ਲਗਨ ਲੱਗ ਜਾਂਦੀ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ, ਇਹ ਵੀ ਗੌੜੀ ਗੁਆਰੇਰੀ ਰਾਗ ਹੈ। ਗੁਆਰੇਰੀ ਇਹਦੀ ਕਿਸਮ ਹੈ, ਗੌੜੀ ਰਾਗ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ ਤੀਜਾ ਸ਼ਬਦ ਹੈ ਤੇ ਗੌੜੀ ਰਾਗ ਦਾ 23ਵਾਂ ਸ਼ਬਦ। ਸੋ ਥਾਉ ਸੱਚ ਮਨ ਨਿਰਮਲ ਹੋਏ, ਉਹ ਥਾਂ ਨਿਰਮਲ ਹੈ, ਉਹ ਥਾਂ ਸੱਚ ਦਾ ਥਾਂ ਹੈ, ਜਿੱਥੇ ਮਨ ਨਿਰਮਲਤਾ ਜਿੱਥੋਂ ਪ੍ਰਾਪਤ ਕਰਦਾ, ਤੋਂ ਮਨ ਨੂੰ ਚੰਗੇ ਵਿਚਾਰ ਮਿਲਦੇ। ਉਹ ਕੀ ਹੈ? ਸੰਗਤ ਹੈ, ਸਤ ਸੰਗਤ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਥਾ, ਕੀਰਤਨ, ਗੁਰਬਾਣੀ ਦਾ ਪਾਠ, ਹੁਕਮਨਾਮਾ, ਉਹ ਵੀ ਸਤ ਸੰਗਤ ਹੈ। ਜੇ ਦੋ ਗੁਰਸਿੱਖ ਪਿਆਰੇ ਆਪਸ ਵਿੱਚ ਬੈਠ ਕੇ ਗੁਰੂ ਕੀਆਂ ਵਿਚਾਰਾਂ ਕਰਦੇ ਨੇ, ਜਿੱਥੇ ਗੁਰੂ ਕੀਆਂ ਵਿਚਾਰਾਂ, ਰੱਬ ਦੇ ਮਾਰਗ ਦੀਆਂ, ਗੁਰਬਾਣੀ ਦੀਆਂ ਵਿਚਾਰਾਂ ਨੇ, ਉਹ ਜਿਹੜਾ ਥਾਂ ਹੈ, ਉਹ ਮਾਹੌਲ ਹੈ, ਉਹ ਵੀ ਸਤ ਸੰਗਤ ਹੈ। ਸੱਚ ਦਾ ਥਾਂ ਹੈ, ਸੱਚ ਦੀਆਂ ਵਿਚਾਰਾਂ ਮਿਲਦੀਆਂ ਨੇ, ਸੱਚ ਦਾ ਚਾਉ ਮਿਲਦਾ। ਅੱਜ ਦੇ ਮਾਡਰਨ ਯੁੱਗ ਦੇ ਵਿੱਚ ਇਹ ਇੱਕ ਨਿਮਾਣਾ ਜਿਹਾ ਜੋ ਯਤਨ ਕੀਤਾ ਹੈ, ਗੁਰੂ ਕਾ ਖਜ਼ਾਨਾ, ਮੈਂ ਮੰਨਦਾ ਇਹ ਅਗਾਧ ਬੋਧ ਹੈ। ਮੈਨੂੰ ਪਤਾ ਹੈ ਮੇਰੀ ਮੱਤ ਬਹੁਤ ਛੋਟੀ ਹੈ, ਜਿੰਨੀ ਕੁ ਮੈਨੂੰ ਸੋਝੀ ਮਿਲੀ ਹੈ, ਬਸ ਉਸ ਨੂੰ ਵੰਡਣ ਵਾਸਤੇ ਇਸ ਵੀਡੀਓ ਰਾਹੀਂ ਨਿੱਤ ਤੁਹਾਡੇ ਘਰ ਪਹੁੰਚਦਾ। ਬਸ ਅੰਦਰ ਭਾਵਨਾ ਹੈ, ਅੰਦਰ ਇੱਛਾ ਹੈ, ਤੁਹਾਡੇ ਸਾਰੇ ਪਰਿਵਾਰ ਨੂੰ ਜਿੰਨਾ ਕੁ ਖਜ਼ਾਨਾ ਸਮਝ ਆਇਆ ਉਹ ਵੰਡਾਂ, ਤੁਹਾਡੇ ਬੱਚਿਆਂ ਨੂੰ ਵੰਡਾਂ, ਤੁਹਾਡਾ ਪਰਿਵਾਰ, ਤੁਹਾਡੇ ਬੱਚੇ, ਤੁਹਾਡੇ ਰਿਸ਼ਤੇਦਾਰ, ਤੁਹਾਡੇ ਮਿੱਤਰ ਲਾਹਾ ਲੈਣ। ਜਦੋਂ ਤੁਸੀਂ ਇਹ ਲਾਹਾ ਲੈਂਦੇ ਹੋ, ਇਹ ਵੀਡੀਓ ਪਬਲਿਸ਼ ਹੋ ਜਾਂਦੀ ਹੈ, ਕੋਈ ਸਵੇਰ ਵੇਲੇ, ਕੋਈ ਦੁਪਹਿਰ ਵੇਲੇ, ਕੋਈ ਸ਼ਾਮ ਵੇਲੇ, ਕੋਈ ਰਾਤ ਨੂੰ ਸੌਣ ਲੱਗਿਆ ਲਾਹਾ ਲੈ ਰਿਹਾ। ਜਿਸ ਵੇਲੇ ਉਹ ਲਾਹਾ ਲੈ ਰਿਹਾ ਹੈ, ਆਨੰਦ ਮਾਣ ਰਿਹਾ ਹੈ, ਉਹਦੇ ਚਾਰ ਸਪੇਰੇ ਜਿਹੜਾ ਮਾਹੌਲ ਹੈ, ਉਹ ਵੀ ਸਤਸੰਗਤ। ਕੋਈ ਟਰੱਕ ਚਲਾਉਂਦੇ ਆ, ਕੋਈ ਬੱਸ ਚਲਾਉਂਦੇ ਆ, ਕੋਈ ਟੈਕਸੀ ਚਲਾਉਂਦੇ ਆ, ਕੋਈ ਆਪਣੀ ਸ਼ਾਪ ਤੇ, ਕੋਈ ਆਪਣੇ ਬਿਜ਼ਨਸ ਦੇ ਆਫਿਸ ਵਿੱਚ, ਆਹਾ, ਕੋਈ ਕਿਤੇ ਤੇ ਕੋਈ ਕਿਤੇ। ਜਿੱਥੇ ਜਿੱਥੇ ਵੀ ਤੁਸੀਂ ਲਾਹਾ ਲੈ ਰਹੇ ਹੋ, ਤੁਹਾਡੇ ਚਾਰ ਸਪੇਰੇ ਉਸ ਵੇਲੇ ਜੋ ਮਾਹੌਲ ਹੈ, ਉਹ ਸੱਚ ਦਾ ਥਾਂ ਹੈ, ਉਹ ਸਤਸੰਗਤ ਹੈ, ਕਿਉਂਕਿ ਮਨ ਸੱਚ ਦੀ ਸੰਗਤ ਕਰ ਰਿਹਾ। ਇਹਦੇ ਨਾਲ ਮਨ ਨੂੰ ਗੁਰੂ ਕੇ ਵਿਚਾਰ ਮਿਲਦੇ ਨੇ, ਮਨ ਦੇ ਅੰਦਰ ਸ਼ੁੱਧ ਵਿਚਾਰ ਪੈਦਾ ਹੁੰਦੇ ਨੇ, ਮਨ ਨਿਰਮਲ ਹੁੰਦਾ ਹੈ। ਫਿਰ ਇਸ ਮਨ ਨੂੰ ਪਿਆਰ ਬਣ ਜਾਂਦਾ ਹੈ ਇਸ ਮਾਹੌਲ ਨਾਲ, ਇਸ ਰਸ ਦੇ ਨਾਲ। ਜਦੋਂ ਉਹ ਪਿਆਰ ਬਣਦਾ ਹੈ, ਸੱਚ ਨਿਵਾਸ ਕਰੇ ਸੱਚ ਸੋਏ, ਫਿਰ ਇਹ ਮਨ ਉਸ ਸੱਚ ਦੇ ਮਾਹੌਲ ਦੇ ਰਸ ਵਿੱਚ ਨਿਵਾਸ ਕਰਨ ਦਾ ਇਹਦੀ ਲਗਨ ਲੱਗ ਜਾਂਦੀ ਹੈ, ਪਿਆਰ ਬਣ ਜਾਂਦਾ ਹੈ। ਇਹਨੂੰ ਸੱਚ ਦੀ ਸੋਝੀ ਆਉਂਦੀ ਹੈ, ਸੱਚ ਦੇ ਮਾਰਗ ਤੇ ਤੁਰਨ ਦੀ ਸੋਝੀ ਆਉਂਦੀ ਹੈ। ਫਿਰ ਇਸ ਨੂੰ ਇਹ ਮਾਰਗ ਚੰਗਾ ਲੱਗਦਾ ਹੈ। ਸੱਚੀ ਬਾਣੀ ਜੁਗ ਚਾਰੇ ਜਾਪੈ, ਸਾਡੇ ਅੰਦਰ ਬਾਹਰ ਵੱਖ-ਵੱਖ ਸਿਚੁਏਸ਼ਨਸ, ਸਰਕਮਸਟੈਂਸਸ ਬਦਲਦੇ ਰਹਿੰਦੇ ਨੇ, ਹਾਲਾਤ, ਸਥਿਤੀਆਂ ਬਦਲਦੀਆਂ ਰਹਿੰਦੀਆਂ, ਅਪ ਐਂਡ ਡਾਊਨ ਆਉਂਦੇ ਨੇ। ਕਦੀ ਤੇ ਸੁਖਦਾਈ ਮਾਹੌਲ ਹੈ, ਕਦੀ ਦੁਖਦਾਈ ਮਾਹੌਲ ਹੈ, ਕਦੀ ਆਨੰਦ ਵਾਲਾ ਹੈ, ਕਦੀ ਚਿੰਤਾ ਵਾਲਾ ਹੈ, ਕਦੀ ਕੋਈ ਵਡਿਆਈ ਕਰਦਾ ਹੈ, ਕਦੀ ਕੋਈ ਨਫ਼ਰਤ ਕਰਦਾ, ਕਦੀ ਕੋਈ ਸਹਿਯੋਗ ਦੇਣ ਵਾਲੇ ਹੁੰਦੇ ਨੇ, ਕਦੀ ਵਿਰੋਧ ਕਰਨ ਵਾਲੇ ਹੁੰਦੇ। ਇਹ ਜ਼ਿੰਦਗੀ ਕਦੀ ਸਮੂਥਲੀ ਨਹੀਂ ਚੱਲਦੀ। ਇਹ ਸਾਰੇ ਹਾਲਾਤਾਂ ਦਾ, ਸਾਰੀਆਂ ਸਥਿਤੀਆਂ ਦਾ, ਜਿਹਨੂੰ ਸਰਕਮਸਟੈਂਸਸ ਤੇ ਸਿਚੁਏਸ਼ਨਸ ਕਹਿੰਦੇ ਹਾਂ, ਇਹਦਾ ਅਸਰ ਸਾਡੇ ਤੇ ਪੈਂਦਾ ਹੈ ਤੇ ਸਾਡੇ ਅੰਦਰ ਚਾਰ ਤਰ੍ਹਾਂ ਦਾ ਮਾਹੌਲ ਬਣਦਾ ਹੈ। ਆਸਾ ਰਾਗ ਦੀ ਜਿਹੜੀ ਵਾਰ ਹੈ, ਉੱਥੇ ਇਹ ਚਾਰੇ ਤਰ੍ਹਾਂ ਦਾ ਮਾਹੌਲ, ਉਹਦਾ ਜ਼ਿਕਰ ਆਏਗਾ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਉੱਥੇ ਵਿਚਾਰ ਕਰਾਂਗੇ।
ਇਹ ਅੰਦਰ ਜਿਹੜੇ ਚਾਰੇ ਤਰ੍ਹਾਂ ਦੇ ਹਾਲਾਤ ਨੇ, ਹਰ ਤਰ੍ਹਾਂ ਦੇ ਹਾਲਾਤ ਵਿੱਚ ਮਨ ਨੂੰ ਫਿਰ ਗੁਰਬਾਣੀ ਦਾ, ਗੁਰੂ ਦੇ ਬਚਨਾਂ ਦਾ, ਗੁਰੂ ਦੇ ਉਪਦੇਸ਼ਾਂ ਦਾ, ਰੱਬੀ ਗਿਆਨ ਦਾ ਸਹਾਰਾ ਲੈਣਾ ਔਰ ਰੱਬੀ ਗਿਆਨ ਰਾਹੀਂ ਆਪਣੇ ਮਨ ਨੂੰ, ਸੁਭਾਅ ਨੂੰ, ਮਤ ਨੂੰ ਮੈਨੇਜ ਕਰਕੇ, ਜੀਵਨ ਨੂੰ ਮੈਨੇਜ ਕਰਕੇ ਗੁਰੂ ਦੇ ਮਿਸ਼ਨ ਤੇ ਤੁਰਨਾ, ਅੱਗੇ ਵਧਣਾ ਬੜਾ ਚੰਗਾ ਲੱਗਦਾ। ਇਹਦੀ ਸੋਝੀ ਆ ਜਾਂਦੀ ਹੈ। ਫਿਰ ਪਤਾ ਲੱਗਦਾ ਜੁਗ ਚਾਰੇ ਜਪ ਹੈ। ਹਰ ਤਰ੍ਹਾਂ ਦੇ, ਚਾਰੇ ਤਰ੍ਹਾਂ ਦੇ ਅੰਦਰਲੇ ਹਾਲਾਤ ਵਿੱਚ ਸੱਚ ਦੀ ਬਾਣੀ, ਰੱਬੀ ਗਿਆਨ ਇਹਦੀ ਜ਼ਿੰਦਗੀ ਨੂੰ ਰਹਿਨੁਮਾਈ ਕਰਦਾ ਹੈ। ਇਹ ਰੱਬ ਦਾ ਨਿਯਮ ਹੈ। ਇਹ ਕੁਦਰਤ ਦਾ ਇੱਕ ਖੇਲ ਹੈ। ਸਭ ਕੁਛ ਸਾਚਾ ਆਪੇ ਆਪੈ, ਉਹ ਆਪ ਹੀ ਹੈ। ਉਹ ਆਪ ਹੀ ਇਸ ਤਰ੍ਹਾਂ ਦੀ ਕਲਾ ਵਰਤਾ ਦਿੰਦੇ। ਜੇ ਸਾਡੇ ਅੰਦਰ ਭਾਵਨਾ ਬਣੀ ਹੈ, ਮਹਿਸੂਸ ਕਰਨਾ ਵਾਹਿਗੁਰੂ ਨੇ ਦਿੱਤੀ ਹੈ, ਤਾਂ ਕਿ ਇਸ ਭਾਵਨਾ ਤੇ ਵੀ ਕਿਤੇ ਹੰਕਾਰ ਨਾ ਹੋ ਜਾਵੇ। ਅਗਰ ਲਗਨ ਬਣ ਗਈ ਹੈ, ਗਿਆਨ ਮਿਲ ਗਿਆ ਹੈ, ਸੇਵਾ ਮਿਲੀ ਹੈ, ਪਰਉਪਕਾਰ ਦੀ ਬਿਰਤੀ ਹੈ, ਤਾਂ ਇਹ ਮਹਿਸੂਸ ਕਰਨਾ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ, ਤਾਂ ਕਿ ਕਿਤੇ ਗਿਆਨ ਤੇ ਹੰਕਾਰ ਨਾ ਹੋ ਜਾਵੇ। ਇਸ ਲਗਨ ਪ੍ਰਵਿਰਤੀਆਂ ਤੇ ਹੀ ਹੰਕਾਰ ਨਾ ਹੋ ਜਾਵੇ। ਇਸ ਲਈ ਸਭ ਕੁਝ ਆਪੇ ਆਪ ਵਾਹਿਗੁਰੂ ਜੀ ਕਰਦੇ ਨੇ। ਕਰਮ ਹੋਵੈ ਸਤ ਸੰਗ ਮਿਲਾਏ, ਕਿਉਂਕਿ ਰੱਬ ਦਾ ਇੱਕ ਨਿਯਮ ਹੈ। ਉਸ ਨਿਯਮ ਅਨੁਸਾਰ ਮਨ ਕਿਸ ਤਰ੍ਹਾਂ ਦੇ ਕਰਮ ਕਰਦਾ ਹੈ, ਮਤ ਕਿਸ ਤਰ੍ਹਾਂ ਦੀ ਕਰਮ ਕਰਦੀ ਹੈ। ਜਦੋਂ ਮਨ ਇਹ ਕਰਮ ਕਰ ਰਿਹਾ ਹੈ, ਮੈਂ ਗੁਰੂ ਨੂੰ ਮਿਲਣਾ ਹੈ, ਗੁਰੂ ਪਾਤਸ਼ਾਹ ਤੋਂ ਸਿੱਖਣਾ ਹੈ। ਜਦੋਂ ਮਤ ਇੱਕ ਫੈਸਲੇ ਲੈਂਦੀ ਹੈ ਕਿ ਗੁਰੂ ਦੇ ਉਪਦੇਸ਼ ਸਿੱਖੇ ਜਾਣ, ਰੱਬੀ ਗਿਆਨ ਨੂੰ ਸਮਝਿਆ ਜਾਵੇ, ਗੁਰਮੁਖਤਾਈ ਦੇ ਮਾਰਗ ਨੂੰ ਸਮਝਿਆ ਜਾਵੇ, ਗੁਰਮਤਿ ਵਾਲੀ ਸੋਚ ਦਾ ਜੀਵਨ ਕਿਵੇਂ ਜਿਉਇਆ ਜਾਵੇ, ਜਦੋਂ ਮਨ ਤੇ ਮਤ ਇਸ ਤਰ੍ਹਾਂ ਦੇ ਕਰਮ ਕਰਦੇ ਨੇ ਨਾ, ਫਿਰ ਸਤਸੰਗਤ ਦਾ ਮਿਲਾਪ ਹੁੰਦਾ ਹੈ। ਹਰ ਗੁਣ ਗਾਵੈ ਵੈਸ ਸੋ ਥਾਈ ਰਹਾਉ, ਫਿਰ ਹਰੀ ਦੇ ਗੁਣ ਗਾਉਂਦਾ ਹੈ ਇਹ ਮਨ। ਫਿਰ ਇਸ ਰਸ ਵਿੱਚ ਬੈਠਦਾ ਹੈ, ਇਸ ਥਾਂ ਨੂੰ ਲੱਭਦਾ ਹੈ। ਫਿਰ ਆਪਣੇ ਬਾਹਰ ਤੇ ਆਪਣੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਸਿੱਖ ਜਾਂਦਾ। ਆਖੋ ਵਾਹਿਗੁਰੂ। ਜਿਹਦੇ ਅੰਦਰ ਪਿਆਸ ਲਗਨ ਹੋਏਗੀ, ਉਹ ਜਿੱਥੇ ਬੈਠੇਗਾ, ਵਿਚਾਰਾਂ ਕਰੇਗਾ, ਗੁਰੂ ਕਾ ਮਾਹੌਲ ਬਣਾ ਲਏਗਾ। ਆਖੋ ਆਮ ਦੁਨਿਆਵੀ ਮਨੁੱਖ ਜਦੋਂ ਗੱਲਾਂ ਕਰਦਾ ਹੈ, ਦੁਨਿਆਵੀ ਮਾਹੌਲ ਸਿਰਜ ਲੈਂਦਾ ਆਪਣੇ ਆਪ। ਹਰ ਇੱਕ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਗੁਰਸਿੱਖ ਐਸਾ ਜ਼ਰੂਰ ਹੋਏਗਾ। ਯਾਦ ਕਰਕੇ ਦੇਖੋ, ਉਹ ਜਦੋਂ ਵੀ ਤੁਹਾਡੇ ਕੋਲੇ ਬੈਠਦਾ ਹੈ, ਉਹ ਗੁਰੂ ਦਾ ਮਾਹੌਲ ਸਿਰਜ ਦਿੰਦਾ ਹੈ। ਤੁਹਾਡੇ ਅੰਦਰ ਵੀ ਗੁਰੂ ਦੇ ਜਜ਼ਬੇ ਜਾਗਦੇ ਨੇ। ਦੇਖੋ ਤੁਸੀਂ, ਜ਼ਰੂਰ ਹੋਏਗਾ ਕੋਈ ਨਾ ਕੋਈ। ਇਹਦਾ ਮਤਲਬ ਉਹਨੂੰ ਆਪਣੇ ਅੰਦਰ ਉਹ ਥਾਨ ਬਣਾਉਣਾ ਆ ਗਿਆ। ਉਹਦਾ ਮਨ ਉਸ ਥਾਂ ਵਿੱਚ ਵਸਦਾ ਹੈ, ਉਸ ਮਾਹੌਲ ਵਿੱਚ ਵਸਦਾ ਹੈ, ਉਸ ਸੁਭਾਅ ਸੋਚ ਵਿੱਚ ਵਸਦਾ ਹੈ। ਉਹ ਜਿੱਥੇ ਵੀ ਬੈਠਦਾ ਹੈ, ਮਾਹੌਲ ਸਿਰਜ ਦਿੰਦਾ ਹੈ। ਐਸਾ ਮਾਹੌਲ ਸਿਰਜਣ ਵਾਲਾ ਮਨ, ਸੁਭਾਅ, ਮਤ, ਜੀਵਨ ਗੁਰਸਿੱਖ ਜਦੋਂ 100 ਬੰਦੇ ਦੇ ਸਾਹਮਣੇ, 1000 ਬੰਦੇ ਦੇ ਸਾਹਮਣੇ, ਲੱਖ ਬੰਦੇ ਦੇ ਸਾਹਮਣੇ ਗੁਰੂ ਕੀ ਵਿਚਾਰ ਪੇਸ਼ ਕਰੇਗਾ। ਜਿਹੜੇ ਲੋਕ ਦੁਨਿਆਵੀ ਵਿਚਾਰਾਂ ਵਿੱਚ, ਦੁਨਿਆਵੀ ਉਲਝਣਾਂ ਵਿੱਚ, ਦੁਨਿਆਵੀ ਸੋਚਾਂ ਵਿੱਚ ਉਲਝੇ ਹੋਏ ਆਏ ਸੀ, ਉਹ 5-10 ਮਿੰਟਾਂ ਦੇ ਵਿੱਚ ਮਾਹੌਲ ਦਾ ਐਸਾ ਅਸਰ ਹੁੰਦਾ ਹੈ, ਉਹ ਉਸ ਮਾਹੌਲ ਦੇ ਵਿੱਚ ਭਿੱਜ ਜਾਂਦੇ ਨੇ। ਵਿਚਾਰਾਂ ਕਰਨ ਵਾਲਾ ਇੱਕ ਹੁੰਦਾ ਹੈ, ਸਾਹਮਣੇ ਸੈਂਕੜੇ, ਹਜ਼ਾਰਾਂ, ਲੱਖਾਂ ਸਾਹ ਰੋਕ ਕੇ ਸੁਣਦੇ ਨੇ। ਇਹਦਾ ਮਤਲਬ ਉਹਨੂੰ ਗੁਣ ਗਾਉਣੇ ਆਉਂਦੇ ਨੇ। ਉਹਦਾ ਮਨ ਇਸ ਮਾਹੌਲ ਵਾਲੇ, ਸੱਚ ਦੀ ਸੰਗਤ ਵਾਲੇ, ਸਤਸੰਗਤ ਦੇ ਰਸ ਵਾਲੇ ਮਨ ਵਿੱਚ ਬੈਠਣਾ ਸਿੱਖ ਗਿਆ। ਆਖੋ ਜਿਨ੍ਹਾਂ ਦੇ ਅੰਦਰ ਇਹ ਕੈਪੇਬਿਲਿਟੀ ਨਹੀਂ ਆਈ, ਉਹ ਗੱਲਾਂ ਕਰਦੇ ਨੇ, ਉਹਨਾਂ ਤੋਂ ਗੁਰੂ ਕਾ ਮਾਹੌਲ ਨਹੀਂ ਸਿਰਜਿਆ ਜਾਂਦਾ। ਉਹ ਗੱਲਾਂ ਕਰਦੇ ਨੇ, ਉੱਥੇ ਗੁਰਮਤ ਦਾ ਮਾਹੌਲ ਨਹੀਂ ਹੈ, ਦੁਨਿਆਵੀ ਮਾਹੌਲ ਬਣ ਜਾਂਦਾ। ਉੱਥੇ ਮਨਮਤ ਵਾਲਾ ਮਾਹੌਲ ਬਣ ਜਾਂਦਾ। ਉੱਥੇ ਦੁਨਿਆਵੀ ਤ੍ਰਿਸ਼ਨਾ, ਲੋਭ, ਲਾਲਚ, ਸਵਾਰਥ ਵਾਲਾ ਮਾਹੌਲ ਬਣ ਜਾਂਦਾ ਹੈ। ਇਹਦਾ ਮਤਲਬ ਉਹਨਾਂ ਦੇ ਮਨ ਨੇ ਦੂਸਰੇ ਪਾਸੇ ਪਿਆਰ ਪਾਇਆ ਹੋਇਆ, ਅਸਲੀ ਮਾਰਗ ਤੋਂ। ਜਲੋ ਇਹ ਜਿਹਵਾ ਦੂਜੈ ਭਾਏ, ਪਿਛਲਾ ਪਦਾ ਰਹਾਉ ਸੀ, ਸੈਂਟਰਲ ਆਈਡੀਆ ਸੀ। ਸਤਿਗੁਰੂ ਕਹਿੰਦੇ ਉਹ ਜੀਵਾ ਸੜ ਜਾਵੇ, ਜਲੋ ਇਹ ਜੀਵਾ, ਜਿਹਦਾ ਪਿਆਰ ਹੀ ਦੂਜੇ ਪਾਸੇ, ਗੱਲਾਂ ਕਰਦੇ ਨੇ, ਗੁਰੂ ਦੀ ਗੱਲ ਹੀ ਕੋਈ ਨਹੀਂ ਹੋ, ਆਪਸ ਵਿੱਚ ਵਿਚਾਰਾਂ ਕਰਦੇ ਨੇ, ਗੁਰੂ ਕੀਆਂ ਵਿਚਾਰਾਂ, ਗੁਰਮਤਿ ਦੀਆਂ ਵਿਚਾਰਾਂ, ਗੁਰਸਿੱਖੀ ਦੀਆਂ ਵਿਚਾਰਾਂ ਹੋ ਹੀ ਨਹੀਂ ਰਹੀਆਂ। ਜਲੋ ਇਹ ਜੇਵਾ, ਇਹਦੇ ਅਰਥ ਕੀ ਹੈ? ਜੇਵਾ ਸੜ ਜਾਏ, ਇਹਦੇ ਅਰਥ ਕੀ ਹੈ? ਕਿ ਜੀਵ ਨੂੰ ਅੱਗ ਨਾਲ ਸਾੜ ਦਿੱਤਾ ਜਾਵੇ? ਨਹੀਂ,
ਜ਼ੁਬਾਨ ਦੀ ਇਹ ਆਦਤ ਸੜ ਜਾਵੇ ਆਖੋ, ਉਹ ਸੜੇਗੀ ਕਿਵੇਂ? ਹਰ ਰਸ ਨਾ ਚਾਖੈ ਫੀਕਾ ਅਲਾਏ, ਕਿਉਂਕਿ ਉਹਨੂੰ ਹਾਲੇ ਹਰੀ ਦੇ ਰਸ ਨਹੀਂ ਆਇਆ। ਉਹਨੇ ਸਵਾਦ ਰਸ ਚੱਖਿਆ ਨਹੀਂ। ਉਹਨੇ ਗੁਰਬਾਣੀ ਦੇ ਅਰਥ ਸਿੱਖਣ ਵਾਸਤੇ ਕੰਟੀਨਿਊ ਪ੍ਰੋਸੈਸ ਬਣਾਏ ਹੀ ਨਹੀਂ। ਉਹਨੂੰ ਘਰ ਦਾ ਮਾਹੌਲ, ਸਮਾਜ ਦਾ ਮਾਹੌਲ, ਇਸ ਤਰ੍ਹਾਂ ਦਾ ਉਹਨੂੰ ਕਲਚਰ ਮਿਲਿਆ ਹੀ ਨਹੀਂ ਕਿ ਉਹਦੇ ਅੰਦਰ ਇਹ ਉਤਸ਼ਾਹ ਭਰਿਆ ਜਾਂਦਾ। ਨਾ ਪਰਿਵਾਰ ਨੇ ਭਰਿਆ, ਨਾ ਉਹਦੇ ਮਿੱਤਰਾਂ ਨੇ, ਨਾ ਉਹਦੇ ਸਮਾਜ ਨੇ, ਨਾ ਸ਼ਰੀਕੇ ਨੇ। ਉਹਨੂੰ ਇਹ ਰਸ ਨਹੀਂ ਮਿਲਿਆ। ਉਹਨੇ ਪਰਉਪਕਾਰ ਦੀ ਬਿਰਤੀ ਤੇ ਤੁਰ ਕੇ ਨਹੀਂ ਦੇਖਿਆ। ਪਰਉਪਕਾਰ ਵਿੱਚ ਕਦੀ ਘਾਟੇ ਵਾਧੇ ਖਾ ਕੇ ਨਹੀਂ ਦੇਖੇ। ਉਹਦੇ ਕੋਲੇ ਕੌੜੇ ਮਿੱਠੇ ਤਜਰਬੇ ਨਹੀਂ। ਉਹ ਪਰਉਪਕਾਰ ਦੇ ਵਿੱਚ ਕਿੱਦਾਂ ਲੋਕ ਕੁਝ ਕਦਰ ਕਰਨ ਵਾਲੇ ਗਿਣਤੀ ਦੇ ਥੋੜ੍ਹੇ ਹੁੰਦੇ ਨੇ ਤੇ ਬੇਕਦਰੀ ਕਰਨ ਵਾਲੇ ਬਹੁਤੇ ਹੁੰਦੇ ਨੇ। ਸਹਿਯੋਗ ਦੇਣ ਵਾਲੇ ਵਿਰਲੇ ਹੁੰਦੇ ਨੇ, ਵਿਰੋਧ ਕਰਨ ਵਾਲੇ ਜ਼ਿਆਦਾ ਹੁੰਦੇ ਨੇ। ਉਹਨੇ ਕਦੀ ਇਸ ਰਸਤੇ ਤੇ ਤੁਰ ਕੇ ਦੇਖਿਆ ਨਹੀਂ। ਉਹਨੇ ਇਸ ਰਸ ਨੂੰ ਚੱਖਿਆ ਨਹੀਂ। ਉਹਦਾ ਬੋਲਣਾ ਐਵੇਂ ਫਿੱਕਾ ਹੈ, ਬਿਨਾਂ ਤਜਰਬੇ ਤੋਂ ਸੱਖਣਾ ਹੈ। ਕਿਉਂਕਿ ਅੰਦਰ ਜਿਹੜੀ ਖਿੱਚ ਹੈ, ਉਹ ਦੁਨਿਆਵੀ ਪ੍ਰਾਪਤੀਆਂ ਵਾਲੇ ਪਾਸੇ ਜ਼ਿਆਦਾ ਲੱਗੀ ਹੋਈ ਹੈ। ਉਹਨੇ ਰਸ ਨਹੀਂ ਚੱਖਿਆ, ਉਹਨੂੰ ਇਸ ਗੱਲ ਦੀ ਸਮਝ ਨਹੀਂ ਆਈ ਤੇ ਸਮਝੇ ਤੋਂ ਬਿਨਾਂ ਬਿਨ ਬੁੱਝੇ ਤਨ ਮਨ ਫਿੱਕਾ ਹੋਏ। ਇਹ ਮਾਰਗ ਨੂੰ ਬੁੱਝਣ ਤੋਂ ਬਿਨਾਂ ਉਹਦਾ ਤਨ ਤੇ ਮਨ ਫਿੱਕਾ ਹੋਇਆ ਵੇ। ਉਹ ਗਿਆਨ ਰੂਪੀ ਨਾਮ ਤੋਂ ਉਹਨੂੰ ਗੁਰੂ ਦੇ ਉਪਦੇਸ਼ਾਂ ਦੀ ਹਾਲੇ ਸੋਝੀ ਨਹੀਂ। ਉਹਨੇ ਗੁਰੂ ਦੇ ਉਪਦੇਸ਼ਾਂ ਰਾਹੀਂ ਆਪਣੇ ਸੋਚ ਸੁਭਾਅ ਨੂੰ ਪੜਚੋਲ ਕੇ ਨਹੀਂ ਦੇਖਿਆ ਤੇ ਗੁਰੂ ਦੇ ਉਪਦੇਸ਼ ਦੇ ਰਾਹੀਂ ਆਪਣੀ ਸੋਚ ਤੇ ਸੁਭਾਅ ਨੂੰ ਸ਼ਿੰਗਾਰ ਕੇ ਨਹੀਂ ਦੇਖਿਆ। ਬਿਨ ਨਾਵੈ ਦੁਖੀਆ ਚੱਲਿਆ ਰੋਏ। ਉਹ ਗਿਆਨ ਰੂਪੀ ਨਾਮ ਤੋਂ ਬਿਨਾਂ ਦੁਖੀ ਹੈ। ਜ਼ਿੰਦਗੀ ਦੀ ਉਲਝਣ ਤਾਣੀ ਵਿੱਚ ਫਸਦਾ ਜਾ ਰਿਹਾ ਹੈ। ਇੱਕ ਦਿਨ ਜ਼ਿੰਦਗੀ ਦੇ ਵਿੱਚ ਪਛਤਾਵਾ ਹੀ ਪਛਤਾਵਾ ਪੱਲੇ ਪਵੇਗਾ। ਜਿਹੜੇ ਸੁਪਨੇ ਲੈ ਕੇ ਸੋਚਦਾ ਸੀ ਮੈਂ ਇਦਾਂ ਕਰ ਲਾਂਗਾ, ਇਦਾਂ ਹੋ ਜਾਏਗਾ, ਇਸ ਤਰ੍ਹਾਂ ਕਰਾਂਗਾ, ਇਸ ਤਰ੍ਹਾਂ ਹੋ ਜਾਏਗਾ, ਅਖੀਰ ਕੀ ਹੋਏਗਾ? ਉਹਦੇ ਸਾਰੇ ਸੁਪਨੇ ਢਹਿ ਢੇਰੀ ਹੋ ਜਾਂਦੇ ਨੇ। ਇੱਥੇ ਰੋਏ ਦੇ ਅਰਥ ਹੈ ਉਹ ਪਛਤਾਵਿਆਂ ਭਰੀ ਜ਼ਿੰਦਗੀ ਜਿਉਂ ਕੇ ਇੱਥੋਂ ਜਾਂਦਾ ਆਖੋ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ। ਜਿਨ੍ਹਾਂ ਨੇ ਰਸਨਾ ਜੀਵ ਨਹੀਂ ਹੈ, ਰਸਨਾ ਸੁਰਤ ਹੈ। ਜਿਨ੍ਹਾਂ ਦੀ ਸੁਰਤ ਨੇ ਹਰੀ ਦੇ ਰਸ ਨੂੰ ਚੱਖਿਆ, ਇਸ ਮਾਰਗ ਨੂੰ ਚੱਖ ਲਿਆ, ਇਸ ਮਾਰਗ ਤੇ ਤੁਰਨ ਦਾ ਇੱਕ ਆਨੰਦ ਸਵਾਦ ਦੇਖ ਲਿਆ। ਉਹ ਸਵਾਦ ਐਸਾ ਹੈ, ਉਹਦੇ ਕੋਲੇ ਨੰਬਰ 1 ਤਾਂ ਸਹਿਜ ਹੋਏਗੀ, ਉਡੋਲਤਾ ਹੋਏਗੀ। ਲੋਕਾਂ ਵਿਰੋਧ ਕੀਤਾ, ਪਰਉਪਕਾਰ ਦਾ ਕੰਮ ਰੋਕ ਦਿੱਤਾ। ਉਹਨੂੰ ਆਪਣੇ ਗੁਰੂ ਤੇ ਆਪਣੇ ਰੱਬ ਤੇ ਭਰੋਸਾ ਹੈ। ਕੋਈ ਗੱਲ ਨਹੀਂ, ਇਹ ਵਿਰੋਧ ਇੱਕ ਪ੍ਰੀਖਿਆ ਹੈ। ਗੁਰੂ ਲਈ ਤੁਰੇ ਸੀ, ਗੁਰੂ ਲਈ ਤੁਰਾਂਗੇ, ਤੁਰਦੇ ਰਵਾਂਗੇ। ਅੰਦਰ ਇੱਕ ਲਗਨ ਹੈ, ਜਜ਼ਬਾ ਹੈ, ਜਨੂਨ ਹੈ। ਰੱਬ ਕੋਈ ਹੋਰ ਨਵਾਂ ਰਾਹ ਖੋਲ ਦਿੰਦਾ ਪਰਉਪਕਾਰ ਦਾ, ਉਸ ਰਸਤੇ ਤੇ ਤੁਰਦਾ ਹੈ। ਫਿਰ ਉਹ ਦੇਖਦਾ ਹੈ ਇਹ ਵਾਹਿਗੁਰੂ ਦਾ ਕੌਤਕ ਸੀ। ਵਿਰੋਧ ਕਰਨ ਵਾਲਿਆਂ ਦੀ ਆਪਣੀ ਕਿਸਮਤ ਵਿੱਚ ਨਹੀਂ ਸੀ। ਉਹਨਾਂ ਦੀ ਆਪਣੀ ਮੱਤ ਛੋਟੀ ਸੀ। ਉਹਨਾਂ ਦੀ ਆਪਣੀ ਸੋਚ ਛੋਟੀ ਸੀ। ਵਿਰੋਧ ਕਰਨ ਵਾਲਿਆਂ ਦੀ ਆਪਣੀ ਹਿਸਟਰੀ ਬਣੀ, ਪਰਉਪਕਾਰ ਕਰਨ ਵਾਲਿਆਂ ਦੀ ਆਪਣੀ ਹਿਸਟਰੀ ਬਣੀ। ਉਹ ਹਿਸਟਰੀ ਦੇ ਸੁਨਹਿਰੀ ਪੰਨੇ ਕਹਿਲਾਏ, ਉਸ ਹਿਸਟਰੀ ਦੇ ਕਾਲੇ ਪੰਨੇ ਕਹਿਲਾਏ। ਵਿਰੋਧ ਕਰਨ ਵਾਲਿਆਂ ਕਲੰਕ ਖੱਟਿਆ, ਪਰਉਪਕਾਰ ਕਰਨ ਵਾਲਿਆਂ ਸ਼ਾਬਾਸ਼ੀ ਖੱਟੀ। ਕਿਉਂ? ਉਹਨਾਂ ਨੇ ਅਡੋਲਤਾ ਤੇ ਤੁਰ ਕੇ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਇਸ ਰਸ ਨੂੰ ਮਾਣਿਆ ਸੀ, ਇਸ ਰਸ ਨੂੰ ਚੱਖਿਆ ਸੀ ਆਖੋ। ਉਸ ਅਡੋਲਤਾ ਦੇ ਨਾਲ ਇੱਕ ਹੋਰ ਬੜੀ ਕੀਮਤੀ ਚੀਜ਼ ਸੁਭਾਏ, ਉਹਨਾਂ ਦੇ ਅੰਦਰ ਗੂੜੀ ਪ੍ਰੀਤ ਹੈ। ਬਾਕੀਆਂ ਦੇ ਅੰਦਰ ਜਿਹੜੀ ਗੂੜੀ ਪ੍ਰੀਤ ਸੀ ਉਹ ਆਪਣੇ ਬਿਜ਼ਨਸ ਨਾਲ ਸੀ। ਗੂੜੀ ਪ੍ਰੀਤ ਦੁਨਿਆਵੀ ਪ੍ਰਾਪਤੀਆਂ ਨਾਲ ਸੀ। ਉਹ ਤਾਂ ਵਿਘਨ ਆਏ, ਛੁੱਟ ਗਏ, ਦੁਨਿਆਵੀ ਪ੍ਰਾਪਤੀਆਂ ਵਿੱਚ ਉਲਝ ਗਏ ਆਖੋ। ਗੂੜੀ ਪ੍ਰੀਤ ਤੋਂ ਬਿਨਾਂ ਗੁਰੂ ਦੇ ਮਾਰਗ ਤੇ ਨਹੀਂ ਤੁਰਿਆ ਜਾਏਗਾ। ਇਤਿਹਾਸ ਪੜ੍ਹ ਕੇ ਦੇਖ ਲਓ। 3 ਤਰ੍ਹਾਂ ਦੇ ਗੁਰਸਿੱਖਾਂ ਨੂੰ ਅਰਦਾਸ ਵਿੱਚ ਯਾਦ ਕਰਦੇ ਹਾਂ, ਪਿਆਰੇ, ਸਚਿਆਰੇ ਤੇ ਸ਼ਹੀਦ। ਦੂਸਰੇ ਪੈਰਾਗ੍ਰਾਫ ਦੇ ਅਖੀਰ 'ਚ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕੈਟੇਗਰੀ ਹੈ 50 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, 8 ਜਪੀਆਂ ਤਪੀਆਂ।
ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਗ ਕੇ ਅੰਡਿਤ ਕੀਤਾ। ਇਹ ਕੈਟੇਗਰੀਜ਼ ਨੇ। ਫਿਰ ਸ਼ਹੀਦਾਂ ਦੀ ਕੈਟੇਗਰੀ ਹੈ, ਜਿਨ੍ਹਾਂ ਧਰਮੇ ਸੀਸ ਦਿੱਤੇ, ਚਰਖੜੀਆਂ ਤੇ ਚੜ੍ਹੇ, ਬੰਦ ਕਟਵਾਏ, ਖੋਪਰੀਆਂ ਲਹਾਈਆਂ, ਤਾਂ ਨਾਰਿਆਂ ਨਾਲ ਚੀਰੇ, ਬੰਦ ਕਟਵਾਏ, ਸੀ ਨਹੀਂ ਉਚਰੀ, ਧਰਮ ਹਿਤ ਸੀਸ ਦਿੱਤੇ, ਚਰਖੜੀਆਂ ਤੇ ਚੜ੍ਹੇ। ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਦੋਂ ਕਿਹਾ ਜਾਂਦਾ, ਤੇ ਉਹ ਕਮਾਈ ਕਿਹੜੀ ਹੈ? ਕਮਾਈ ਇਹੀ ਹੈ, ਉਹਨਾਂ ਦੀ ਗੂੜੀ ਪ੍ਰੀਤ ਇੱਧਰ ਸੀ। ਉਹਨਾਂ ਦੀ ਪ੍ਰੀਤ ਦੁਨਿਆਵੀ ਪ੍ਰਾਪਤੀਆਂ ਵਾਲੇ ਪਾਸੇ ਨਹੀਂ ਸੀ। ਦੁਨਿਆਵੀ ਪ੍ਰਾਪਤੀਆਂ ਵਾਲੇ ਪਾਸੇ ਜਿਹੜਾ ਜ਼ਿਆਦਾ ਖਚਤ ਹੁੰਦਾ ਹੈ, ਨਾ ਉਹਦੇ ਕੋਲੇ ਗੂੜੀ ਪ੍ਰੀਤ ਹੁੰਦੀ ਹੈ, ਨਾ ਉਹਦੇ ਕੋਲੇ ਅਡੋਲਤਾ ਹੁੰਦੀ ਹੈ। ਉਹ ਡੋਲ ਜਾਂਦੇ ਨੇ। ਗੁਰ ਕਿਰਪਾ ਤੇ ਸੱਚ ਸਮਾਏ, ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਗੁਰੂ ਦੇ ਉਪਦੇਸ਼ ਸੋਚ ਸੁਭਾਅ ਵਿੱਚ ਵਸਦੇ ਨੇ, ਉਹ ਸੱਚ ਦੇ ਰਸ ਵਿੱਚ ਸਮਾ ਜਾਂਦੇ, ਸੱਚ ਦਾ ਆਨੰਦ ਮਾਣਦੇ ਨੇ। ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਉਹਨਾਂ ਦੀ ਮੱਤ ਸੱਚ ਦੇ ਮਾਰਗ ਦੀਆਂ ਸੋਚਾਂ ਸੋਚ ਕੇ ਫੈਸਲੇ ਲੈ ਕੇ ਇਸ ਪਿਆਰ ਦੇ ਵਿੱਚ ਰੰਗੀ ਹੁੰਦੀ ਹੈ, ਭਿੱਜੀ ਹੁੰਦੀ ਹੈ। ਉਹਨਾਂ ਦੇ ਅੰਦਰ ਗੁਰੂ ਦੇ ਉਪਦੇਸ਼, ਗੁਰ ਸ਼ਬਦ, ਗੁਰੂ ਦੇ ਜੋ ਉਪਦੇਸ਼ ਨੇ ਉਹ ਬੜੇ ਚੰਗੇ ਲੱਗਦੇ ਨੇ। ਉਪਦੇਸ਼ ਮੰਨਣਾ ਬੜਾ ਚੰਗਾ ਲੱਗਦਾ ਹੈ, ਪ੍ਰੈਕਟੀਕਲ ਜਿਉਣਾ ਬੜਾ ਚੰਗਾ ਲੱਗਦਾ ਹੈ, ਤੇ ਮਨ ਇਸ ਗਿਆਨ ਰੂਪੀ ਨਾਮ ਦੇ ਵਿੱਚ ਨਿਵਾਸ ਕਰਦਾ, ਪ੍ਰੈਕਟੀਕਲ ਜਿਉਂਦਾ ਹੈ। ਹਰ ਵੇਲੇ ਸੋਚਾਂ ਵਿਚਾਰ ਉਹੀ ਚੱਲਦੇ ਨੇ। ਜਦੋਂ ਵੀ ਕਿਸੇ ਦੀ ਵਿਚਾਰਧਾਰਾ, ਸੋਚ, ਨਜ਼ਰੀਆ ਇਸ ਪਾਸੇ ਜਾਏਗਾ, ਸਭ ਤੋਂ ਪਹਿਲਾਂ ਉਹਦੇ ਅੰਦਰ ਚਾਦਰ ਦੇਖ ਕੇ ਪੈਰ ਪਸਾਰਨ ਦੀ ਇੱਕ ਜੁਗਤ ਆ ਜਾਏਗੀ। ਘੱਟ ਖਾ ਲਾਂਗੇ ਕੋਈ ਗੱਲ ਨਹੀਂ, ਘੱਟ ਪਹਿਨ ਲਵਾਂਗੇ ਕੋਈ ਗੱਲ ਨਹੀਂ, ਘੱਟ ਕਮਾ ਲਾਂਗੇ ਕੋਈ ਗੱਲ ਨਹੀਂ, ਗੁਰੂ ਦੇ ਮਾਰਗ ਲਈ ਕੁਝ ਕਰਨਾ ਹੈ, ਜੀਵਨ ਤੇ ਇੱਥੇ ਸਫਲ ਹੋਣਾ ਹੈ। ਨਾਨਕ ਸੱਚ ਭਾਂਡਾ, ਜਿਸ ਸ਼ਬਦ ਪਿਆਸ, ਉਹਦਾ ਹਿਰਦੇ ਦਾ ਭਾਂਡਾ ਸੱਚਾ ਹੈ। ਮਾਫ ਕਰਨਾ, ਸਕਿਪ ਹੋ ਗਈਆਂ ਪਰਲੀਆਂ ਪੰਕਤੀਆਂ। ਦੁਬਾਰੇ ਤੀਸਰੇ ਪਦੇ ਦੀ ਪੰਕਤੀ ਵਿਚਾਰ ਰਹੇ ਸੀ, ਸਾਚੇ ਰਾਤੀ ਗੁਰ ਸ਼ਬਦ ਵਿਚਾਰ। ਸ਼ਬਦ ਵਿਚਾਰ ਵਿੱਚ ਮਨ ਭਿੱਜਦਾ ਹੈ। ਅੰਮ੍ਰਿਤ ਪੀਵੈ ਨਿਰਮਲ ਧਾਰ, ਉਹ ਜਿਹੜਾ ਰਸ ਹੈ ਨਾ, ਅੰਮ੍ਰਿਤ ਰਸ ਹੈ, ਮਰਦਾ ਨਹੀਂ, ਉਹ ਮ੍ਰਿਤੂ ਤੋਂ ਰਹਿਤ ਹੈ। ਅੰਮ੍ਰਿਤ ਨਿਰਮਲ ਹੈ, ਸ਼ੁੱਧ ਹਿਰਦੇ ਚੋਂ ਮਿਲਦਾ ਹੈ, ਤੇ ਸ਼ੁੱਧ ਵਿਚਾਰਾਂ ਦਾ ਰਸ ਹੈ, ਉਹ ਸੱਚੇ ਗਿਆਨ ਦਾ ਰਸ ਹੈ, ਉਪਦੇਸ਼ ਦਾ ਰਸ ਹੈ। ਨਾਮ ਸਮਾਵੈ ਜੋ ਭਾਂਡਾ ਹੋਏ, ਇਹ ਗਿਆਨ ਰੂਪੀ ਨਾਮ ਜਿਸ ਮਨ ਵਿੱਚ ਸਮਾ ਜਾਂਦਾ ਨਾ, ਉਹਦਾ ਸੁਭਾਅ ਦਾ ਭਾਂਡਾ ਗੁਰਮੁਖ ਸੁਭਾਅ ਬਣ ਜਾਂਦਾ। ਆਖੂਗਾ ਉਹਦੀ ਮੱਤ ਦਾ ਭਾਂਡਾ ਗੁਰਮਤ ਦਾ ਭਾਂਡਾ ਬਣ ਜਾਂਦਾ। ਉਂਧ ਹੈ ਭਾਂਡਾ ਟਿਕੈ ਨਾ ਕੋਈ, ਜਿਸ ਸੁਭਾਅ ਵਿੱਚ ਨਫ਼ਰਤ ਹੈ, ਨਿੰਦਾ ਹੈ, ਹੰਕਾਰ ਹੈ, ਸੈਲਫਿਸ਼ ਹੈ, ਲੋਭ ਲਾਲਚ ਹੈ, ਕੁਸੰਗੀ ਪ੍ਰਭਾਵ ਹੈ, ਪਸ਼ੂ ਪ੍ਰਵਿਰਤੀਆਂ ਨੇ, ਇਸ ਸੁਭਾਅ ਵਿੱਚ ਇਹ ਰਸ ਟਿਕੇਗਾ ਨਹੀਂ, ਨਿਰੰਤਰ ਨਹੀਂ ਟਿਕੇਗਾ। ਜਿਹੜੀ ਮੱਤ ਪੁੱਠੀ ਹੈ, ਦੁਨਿਆਵੀ ਪ੍ਰਾਪਤੀਆਂ ਵਾਸਤੇ ਤਾਂ ਆਪਾ ਵਾਰ ਦਿੰਦੀ ਹੈ, ਗੁਰੂ ਦੀਆਂ ਪ੍ਰਾਪਤੀਆਂ ਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ, ਨਹੀਂ ਹੋਇਆ ਤਾਂ ਕੀ ਸਹੀ, ਹੱਦ ਹੋ ਗਈ। ਇਹਦਾ ਮਤਲਬ ਪਰਿਵਾਰ ਵਿੱਚੋਂ ਸਿੱਖੀ ਦਾ ਮਾਹੌਲ ਤੈਨੂੰ ਬਚਪਨ ਵਿੱਚ, ਟੀਨੇਜ ਵਿੱਚ ਨਹੀਂ ਮਿਲਿਆ, ਜਵਾਨੀ 'ਚ ਨਹੀਂ ਮਿਲਿਆ, ਨਹੀਂ ਕੱਚੀ ਰਹੇਗੀ। ਤੇਰੇ ਮਿੱਤਰਾਂ ਦਾ ਸੰਗ ਸਿੱਖੀ ਜਜ਼ਬੇ ਵਾਲਾ ਨਹੀਂ ਹੋਏਗਾ, ਨਹੀਂ ਕੱਚੀ ਰਹੇਗੀ। ਤੈਨੂੰ ਕਲਚਰ ਨਹੀਂ ਮਿਲਿਆ ਹੋਏਗਾ ਸਿੱਖੀ ਵਾਲਾ, ਤੂੰ ਵਿਰਸਾ ਨਹੀਂ ਪੜ੍ਹਿਆ ਹੋਏਗਾ, ਤੂੰ ਇਤਿਹਾਸ ਅੰਦਰ ਟੁੱਬੀ ਨਹੀਂ ਮਾਰੀ, ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਪਾਤਸ਼ਾਹ ਦੇ ਗੁਰੂ ਉਪਦੇਸ਼ ਦੇ ਦੀਦਾਰ ਨਹੀਂ ਕੀਤੇ, ਭੁੱਬ ਨਿਕਲੇਗੀ ਤੇਰੇ। ਐਸਾ ਜੀਵਨ ਜਿਉਇਆ ਕਿੱਦਾਂ ਵਿਅਰਥ ਗਿਆ। ਮੱਤ ਦਾ ਭਾਂਡਾ ਪੁੱਠਾ ਹੈ, ਦੁਨਿਆਵੀ ਪ੍ਰਾਪਤੀਆਂ ਲਈ ਆਪਾ ਵਾਰਦਾ ਹੈ, ਗੁਰੂ ਕੀ ਪ੍ਰਾਪਤੀ ਲਈ ਕਹਿੰਦੀ ਮੱਤ ਕਹਿੰਦੀ ਟਾਈਮ ਨਹੀਂ, ਹੱਦ ਹੋ ਗਈ, ਭਾਂਡਾ ਪੁੱਠਾ ਹੈ। ਪਰ ਜਦੋਂ ਗੁਰੂ ਦੇ ਸ਼ਬਦਾਂ ਨੇ, ਗੁਰੂ ਦੇ ਵਿਚਾਰਾਂ ਨੇ ਤੀਰ ਮਾਰਿਆ, ਉਹ ਬਾਹਰ ਨਿਕਲਣਗੀਆਂ। ਕਰ ਕੀ ਰਿਹਾ? ਗੁਰੂ ਦੇ ਮਾਰਗ ਦਾ ਇੱਕ ਜਜ਼ਬਾ ਜਾਗੇਗਾ, ਇੱਕ ਲਗਨ ਜਾਗੇਗੀ, ਅੰਦਰੋਂ ਇੱਕ ਫੈਸਲਾ ਹੋਏਗਾ, ਅੱਜ ਤੋਂ ਬਾਅਦ ਗੁਰੂ ਦੇ ਮਾਰਗ ਤੇ ਤੁਰਨਾ ਹੈ। ਇਹਨੂੰ ਕਹਿੰਦੇ ਨੇ ਗੁਰ ਸ਼ਬਦੀ ਮਨ ਨਾਮ ਨਿਵਾਸ। ਗੁਰੂ ਦੇ ਸ਼ਬਦ ਦਾ, ਉਪਦੇਸ਼ ਦਾ ਤੀਰ ਵੱਜਿਆ, ਮਨ ਨੂੰ ਗਿਆਨ ਰੂਪੀ ਨਾਮ ਵਿੱਚ ਨਿਵਾਸ ਕਰਨਾ ਆ ਗਿਆ।
ਇੱਧਰ ਤੁਰਨ ਲੱਗ ਪਿਆ। ਨਾਨਕ ਸੱਚ ਭਾਂਡਾ, ਜਿਸ ਸ਼ਬਦ ਪਿਆਸ, ਜਿਸ ਮਨ ਦੇ ਅੰਦਰ ਗੁਰੂ ਦੇ ਉਪਦੇਸ਼ ਤੇ ਜੀਵਨ ਜਿਉਣ ਦੀ, ਗੁਰੂ ਦੇ ਮਾਰਗ ਤੇ ਪਰਉਪਕਾਰੀ ਜੀਵਨ ਜਿਉਣ ਦੀ ਪਿਆਸ ਬਣ ਗਈ, ਸਮਝ ਲਿਓ ਉਹਦਾ ਹਿਰਦੇ ਦਾ ਭਾਂਡਾ ਸੱਚਾ ਹੋ ਗਿਆ, ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਕਰਨ ਵਾਲਾ ਹੋ ਗਿਆ। ਗੌੜੀ ਗੁਆਰੇਰੀ ਮਹੱਲਾ ਤੀਜਾ, ਇਹ ਵੀ ਗੌੜੀ ਗੁਆਰੇਰੀ ਕਿਸਮ ਦੀ ਹੈ, ਤੀਸਰੇ ਪਾਤਸ਼ਾਹ ਦਾ ਇਹ ਪੰਜਵਾਂ ਸ਼ਬਦ ਹੈ, ਵਾਹਿਗੁਰੂ ਚੌਥਾ ਸ਼ਬਦ ਹੈ ਤੇ ਗੌੜੀ ਰਾਗ ਦਾ 24ਵਾਂ ਸ਼ਬਦ ਹੈ। ਪਿਛਲੀ ਪੰਕਤੀ ਵਿੱਚ ਜਿਸ ਮਨ ਨੂੰ ਉਪਦੇਸ਼ ਮੰਨਣ ਦੀ, ਰੱਬੀ ਗਿਆਨ ਦੇ ਅਨੁਸਾਰ ਜੀਵਨ ਜਿਉਣ ਦੀ ਪਿਆਸ ਬਣ ਗਈ, ਉਹਦਾ ਸੱਚ ਸਰੂਪ ਵਾਹਿਗੁਰੂ ਜੀ ਦੇ ਨਾਲ ਗੂੜਾ ਪਿਆਰ ਬਣ ਗਿਆ ਤੇ ਉਹ ਹਿਰਦੇ ਦਾ ਭਾਂਡਾ ਸੱਚੇ ਵਾਹਿਗੁਰੂ ਦਾ ਭਾਂਡਾ ਬਣ ਗਿਆ, ਸੱਚ ਰਸ ਵਿੱਚ ਭਿੱਜਿਆ। ਹੁਣ ਸਤਿਗੁਰੂ ਜੀ ਕਹਿੰਦੇ ਇੱਕ ਗਾਵਤ ਰਹਿ, ਇੱਕ ਗਾਵਤ ਰਹੇ ਮਨ ਸਾਧ ਨਾ ਆਇਆ। ਇੱਕ ਉਹ ਨੇ ਜਿਹੜੇ ਗੁਰਬਾਣੀ ਪੜ੍ਹਦੇ ਨੇ, ਧਾਰਮਿਕ ਗ੍ਰੰਥਾਂ ਦਾ ਪਾਠ ਤਾਂ ਕਰਦੇ ਨੇ, ਪਰ ਉਹਨਾਂ ਨੂੰ ਉਪਦੇਸ਼ ਮੰਨਣ ਦਾ ਰਸ ਨਹੀਂ ਆਇਆ, ਪਰਉਪਕਾਰੀ ਮਿਸ਼ਨ ਤੇ ਤੁਰਨ ਦਾ ਰਸ ਨਹੀਂ ਆਇਆ, ਗੁਰੂ ਲਈ ਆਪਾ ਵਾਰਨ ਦਾ ਹਾਲੇ ਸਵਾਦ ਨਹੀਂ ਆਇਆ। ਹਉਮੈ ਵਿੱਚ ਗਾਵੈ ਬਿਰਥਾ ਜਾਏ। ਉਹ ਜਦੋਂ ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਨੇ, ਆਪਣੇ ਆਪ ਨੂੰ ਮਾਣ ਕਰਦੇ ਨੇ, ਅਸੀਂ ਧਰਮੀ ਹਾਂ, ਇਹ ਹਉਮੈ ਬਣ ਜਾਂਦੀ ਹੈ ਤੇ ਬਿਰਥਾ ਹੋ ਜਾਂਦਾ ਹੈ ਗਾਉਣਾ ਪੜ੍ਹਨਾ। ਗਾਵਣ ਗਾਵੈ ਜਿਨ ਨਾਮ ਪਿਆਰ, ਗਾਉਣਾ ਕਿਹਨਾਂ ਦਾ ਪ੍ਰਵਾਨ ਹੁੰਦਾ ਹੈ? ਜਿਹੜੇ ਗਿਆਨ ਰੂਪੀ ਨਾਮ ਦੇ ਨਾਲ ਪਿਆਰ ਕਰਦੇ, ਗੁਰੂ ਦੇ ਉਪਦੇਸ਼ ਲਈ ਆਪਾ ਵਾਰਨ ਦੀ ਅੰਦਰ ਲਗਨ ਹੈ, ਭਾਵਨਾ ਹੈ। ਸਾਚੀ ਬਾਣੀ ਸ਼ਬਦ ਵਿਚਾਰ, ਗਿਆਨ ਰੂਪੀ ਨਾਮ ਕੀ ਹੈ? ਰੱਬੀ ਬਾਣੀ ਹੈ, ਰੱਬ ਦਾ ਗਿਆਨ ਹੈ, ਰੱਬ ਦੇ ਉਪਦੇਸ਼ ਨੇ। ਉਹ ਉਪਦੇਸ਼ ਗੁਰੂ ਦੇ ਉਪਦੇਸ਼ ਨੇ, ਸ਼ਬਦ ਸਰੂਪ ਹੈ ਗੁਰੂ ਦਾ। ਜੋ ਸੱਚਾ ਗਿਆਨ ਹੈ ਨਾ, ਉਪਦੇਸ਼, ਇਹਨੂੰ ਅਸੀਂ ਗੁਰੂ ਦਾ ਸ਼ਬਦ ਸਰੂਪ ਵੀ ਕਹਿ ਸਕਦੇ ਹਾਂ, ਇਹਨੂੰ ਰੱਬ ਦਾ ਸ਼ਬਦ ਸਰੂਪ ਵੀ ਕਹਿ ਸਕਦੇ। ਇਹਦੀ ਵਿਚਾਰ ਕਰਨੀ, ਇਹਦਾ ਮੰਨਣਾ, ਇਹ ਹੈ ਗਿਆਨ ਰੂਪੀ ਨਾਮ ਨਾਲ ਪਿਆਰ। ਗਾਵਤ ਰਹਿ ਜੇ ਸਤਿਗੁਰ ਭਾਵੈ, ਇਸ ਤਰ੍ਹਾਂ ਦਾ ਜੀਵਨ, ਇਸ ਤਰ੍ਹਾਂ ਗੁਣ ਗਾਉਣ ਦੀ ਜੋ ਅਸਲੀ ਜੁਗਤ ਹੈ, ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਗੁਰੂ ਦਾ ਸਤਿਗੁਰ ਸਰੂਪ ਬਹੁਤ ਚੰਗਾ ਲੱਗਦਾ ਹੈ ਤੇ ਸਤਿਗੁਰੂ ਨੂੰ ਉਹ ਪਾ ਜਾਂਦੇ ਨੇ, ਆਖੋ ਗੁਰੂ ਨੂੰ ਉਹ ਪਾ ਜਾਂਦੇ ਨੇ। ਇੱਦਾਂ ਕਹਿ ਲਓ, ਘਰਾਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਮਾਪਿਆਂ ਦੀ ਆਵਾਜ਼ ਵਿੱਚੋਂ ਸਿੱਖਿਆ ਚੰਗੀ ਲੱਗਦੀ ਹੈ, ਉਹ ਮਾਪਿਆਂ ਦੀ ਆਵਾਜ਼ 'ਤੇ ਤੁਰੰਤ ਰਿਸਪੌਂਸ ਦਿੰਦੇ ਨੇ, ਮਾਪਿਆਂ ਨੂੰ ਚੰਗੇ ਲੱਗਦੇ ਨੇ, ਉਹ ਆਗਿਆਕਾਰੀ ਨੇ। ਉਹਨਾਂ ਨੂੰ ਮਾਪਿਆਂ ਦੇ ਉਪਦੇਸ਼ ਚੰਗੇ ਲੱਗਦੇ ਨੇ ਤੇ ਮਾਪਿਆਂ ਨੂੰ ਉਹ ਚੰਗੇ ਲੱਗਦੇ। ਇਸੇ ਤਰ੍ਹਾਂ ਜਿਹਨੂੰ ਗੁਰੂ ਦਾ ਸਤਿਗੁਰ ਸਰੂਪ ਚੰਗਾ ਲੱਗਦਾ ਹੈ, ਗੁਰੂ ਨੂੰ ਉਹ ਚੰਗੇ ਲੱਗਦੇ ਨੇ, ਸਤਿਗੁਰ ਭਾਵੈ। ਮਨ ਤਨ ਰਤਾ ਨਾਮ ਸੁਹਾਵੈ ਰਹਾਉ, ਇਹ ਸੈਂਟਰਲ ਆਈਡੀਆ ਹੈ। ਉਹਨਾਂ ਦਾ ਮਨ ਤੇ ਤਨ ਗਿਆਨ ਰੂਪੀ ਨਾਮ ਵਿੱਚ, ਉਹਦੇ ਪਿਆਰ ਵਿੱਚ ਰੰਗਿਆ ਰਹਿੰਦਾ। ਪ੍ਰੈਕਟੀਕਲ ਜਿਉਣਾ, ਸੋਚ ਸੁਭਾਅ ਨੂੰ ਸੰਵਾਰਨਾ, ਗੁਰਮੁਖ ਸੁਭਾਅ, ਗੁਰਮਤਿ ਸੋਚ ਵਾਲਾ ਜੀਵਨ ਜਿਉਣਾ ਬਹੁਤ ਸੋਹਣਾ ਜੀਵਨ ਹੁੰਦਾ ਹੈ, ਸੁਹਾਵ ਹੈ। ਇੱਕ ਗਾਵੈ, ਇੱਕ ਭਗਤ ਕਰੇ, ਇੱਕ ਗਾਉਂਦੇ ਤਾਂ ਹਨ, ਧਾਰਮਿਕ ਗ੍ਰੰਥਾਂ ਦਾ ਪਾਠ ਤਾਂ ਕਰਦੇ ਨੇ, ਭਗਤੀ ਵੀ ਕਰਦੇ ਨੇ, ਭਗਤੀ ਵੀ ਕਰਦੇ ਨੇ, ਧਰਮ ਦੇ ਕਰਮ ਵੀ ਕਰਦੇ ਨੇ, ਪਰ ਨਾਮ ਨਾ ਪਾਵੈ ਬਿਨ ਸਨੇ, ਉਪਦੇਸ਼ ਨਾਲ ਗੂੜਾ ਪਿਆਰ ਨਹੀਂ ਹੈ, ਉਪਦੇਸ਼ ਨੂੰ ਸੁਭਾਅ ਤੇ ਲਾਗੂ ਨਹੀਂ ਕੀਤਾ। ਪਾਠ ਕਰਦੇ ਨੇ, ਭਗਤੀ ਕਰਦੇ ਨੇ, ਅੰਦਰ ਨਫ਼ਰਤ ਵੀ ਕਰਦੇ ਨੇ, ਨਿੰਦਾ ਵੀ ਕਰਦੇ, ਆਪਣੇ ਆਪ ਨੂੰ ਚੰਗਾ, ਦੂਸਰੇ ਨੂੰ ਘਟੀਆ ਵੀ ਮੰਨਦੇ ਨੇ। ਗਿਆਨ ਰੂਪੀ ਨਾਮ ਨਾਲ ਅਸਨੇਹ ਨਹੀਂ ਬਣਿਆ, ਪਿਆਰ ਨਹੀਂ ਬਣਿਆ। ਸੱਚੀ ਭਗਤ ਗੁਰ ਸ਼ਬਦ ਪਿਆਰ, ਸੱਚੀ ਭਗਤੀ ਕੀ ਹੈ? ਗੁਰੂ ਦੇ ਉਪਦੇਸ਼ ਨਾਲ ਗੂੜਾ ਪਿਆਰ, ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪੜਚੋਲਣਾ ਤੇ ਸੋਚ ਸੁਭਾਅ ਤੇ ਲਾਗੂ ਕਰਕੇ ਸੋਚ ਸੁਭਾਅ ਨੂੰ ਸ਼ਿੰਗਾਰਨਾ। ਆਖੋ ਆਪਣਾ ਪਿਰ ਰਾਖਿਆ ਸਦਾ ਔਰ ਧਾਰ, ਉਹਨਾਂ ਨੇ ਆਪਣੇ ਪਿਆਰੇ ਵਾਹਿਗੁਰੂ ਪਤੀ ਨੂੰ ਸੱਚਾ ਗਿਆਨ ਮੰਨ ਕੇ ਆਪਣੇ ਹਿਰਦੇ 'ਚ ਰੱਖ ਲਿਆ। ਉਹ ਸੰਸਾਰ ਜੀਵਨ ਜਿਉਂਦੇ ਨੇ, ਭਗਤ ਕਰਹਿ ਮੂਰਖ ਆਪ ਜਣਾਵਹਿ, ਪਰ ਜਿਹੜੇ ਕੇਵਲ ਭਗਤੀ ਕਰਦੇ ਨੇ, ਸੁਭਾਅ ਨੂੰ ਨਹੀਂ ਪਰਖਦੇ, ਸੁਭਾਅ ਨੂੰ ਨਹੀਂ ਸੰਵਾਰਦੇ, ਸੋਚ ਨੂੰ ਨਹੀਂ ਪਰਖਦੇ, ਸੋਚ ਨੂੰ ਨਹੀਂ ਸੰਵਾਰਦੇ, ਉਹ ਆਪਣੇ ਭਗਤੀ ਕਰਨ ਦਾ ਮਾਣ ਕਰਦੇ ਨੇ, ਆਪਣੇ ਆਪ ਨੂੰ ਜਣਾਉਂਦੇ ਨੇ ਕਿ ਅਸੀਂ ਭਗਤੀ ਕਰਦੇ ਹਾਂ,
ਸਤਿਗੁਰੂ ਕਹਿੰਦੇ ਮਨ ਮੂਰਖ ਹੈ, ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ। ਇਦਾਂ ਲੋਕ ਨੱਚਦੇ ਵੀ ਸਨ, ਪਤਾ ਲੱਗਿਆ ਸੀ ਭਗਤ ਬਹੁਤ ਹਾਂ। ਇਹ ਮਨ ਦਾ ਨੱਚਣਾ ਟੱਪਣਾ ਭਗਤੀ ਨਹੀਂ ਹੈ। ਜਿੰਨਾ ਚਿਰ ਮਨ ਨਫ਼ਰਤ ਵਿੱਚ ਨੱਚ ਰਿਹਾ, ਨਿੰਦਾ ਵਿੱਚ ਨੱਚ ਰਿਹਾ, ਲੋਭ ਲਾਲਚ ਵਿੱਚ ਨੱਚ ਰਿਹਾ, ਹੰਕਾਰ ਵਿੱਚ ਨੱਚ ਰਿਹਾ, ਇਹ ਦੁੱਖ ਸਹੇੜ ਰਿਹਾ। ਨੱਚਿਆ ਟੱਪਿਆ ਭਗਤ ਨਾ ਹੋਏ। ਇਹ ਮਨ ਜੇ ਇਦਾਂ ਕੁਸੰਗੀ ਪ੍ਰਵਿਰਤੀਆਂ ਵਿੱਚ ਨੱਚਦਾ ਟੱਪਦਾ ਰਹੇਗਾ, ਭਗਤੀ ਨਹੀਂ ਕਰ ਸਕੇਗਾ। ਸ਼ਬਦ ਮਰੈ ਭਗਤ ਪਾਏ ਜਨ ਕੋਏ, ਗੁਰੂ ਦੇ ਉਪਦੇਸ਼ ਅਨੁਸਾਰ ਇਹ ਮਨ ਉਸ ਪਾਸੇ ਦੇ ਵਿਚਾਰਾਂ ਤੋਂ, ਉਸ ਪਾਸੇ ਦੇ ਰਸ ਤੋਂ, ਲਗਨ ਤੋਂ ਮਰ ਜਾਵੇ, ਉਹ ਸੁਭਾਅ ਮਰ ਜਾਵੇ, ਤਾਂ ਇਹਨੂੰ ਅਸਲੀ ਭਗਤੀ ਮਿਲੇਗੀ ਤੇ ਇਹ ਜਨ ਬਣੇਗਾ, ਸੇਵਕ ਬਣੇਗਾ ਆਪਣੇ ਗੁਰੂ ਦਾ, ਰੱਬ ਦਾ, ਤੇ ਇਹਨੂੰ ਸੋਝੀ ਮਿਲੇਗੀ। ਭਗਤ ਬਸ਼ਲ ਭਗਤ ਕਰਾਏ ਸੋਏ। ਫਿਰ ਵਾਹਿਗੁਰੂ ਜੀ ਜਿਨ੍ਹਾਂ ਨੂੰ ਅਸਲੀ ਜੀਵਨ ਭਗਤੀ ਬਣਾਉਣਾ ਆ ਗਿਆ, ਉਹਨਾਂ ਨਾਲ ਪਿਆਰ ਕਰਦੇ ਨੇ, ਉਹ ਭਗਤ ਬਸ਼ਲ ਨੇ। ਸੱਚੀ ਭਗਤ ਵਿੱਚੋਂ ਆਪ ਖੋਏ। ਸੱਚੀ ਭਗਤੀ ਕੀ ਹੈ? ਵਿੱਚੋਂ ਆਪਾ ਖੋ ਦੇਣਾ। ਉਹ ਸੁਭਾਅ ਜਿਹੜਾ ਨਿੰਦਾ ਦੇ ਰਸ ਵੱਲ ਖਿੱਚਦਾ ਹੈ, ਉਹ ਸੁਭਾਅ ਜਿਹੜਾ ਨਫ਼ਰਤ, ਹੰਕਾਰ, ਲੋਭ ਲਾਲਚ, ਸੈਲਫਿਸ਼ ਥਾਟ ਵੱਲ ਖਿੱਚਦਾ ਹੈ, ਉਹ ਸੁਭਾਅ ਸੋਚ ਨੂੰ ਮੇਟ ਦੇਣਾ, ਗੁਰੂ ਲਈ ਆਪਾ ਵਾਰ ਦੇਣਾ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣ ਹੈ, ਕਿਉਂਕਿ ਮੇਰੇ ਵਾਹਿਗੁਰੂ ਜੀ ਸਾਰੀਆਂ ਵਿਧੀਆਂ ਜਾਣਦੇ ਨੇ। ਜਿਸ ਤਰ੍ਹਾਂ ਦੀ ਤੇਰੀ ਵਿਚਾਰਧਾਰਾ, ਜਿਸ ਤਰ੍ਹਾਂ ਦੀ ਸੋਚ ਹੋਏਗੀ, ਉਸ ਤਰ੍ਹਾਂ ਦਾ ਉਹਨੇ ਮਾਹੌਲ ਬਣਾ ਦੇਣਾ ਹੈ। ਨਾਨਕ ਬਖਸ਼ੇ ਨਾਮ ਪਛਾਣੈ। ਬਸ ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ, ਜਦੋਂ ਗਿਆਨ ਰੂਪੀ ਨਾਮ ਦੀ ਪਛਾਣ ਆ ਜਾਂਦੀ ਹੈ। ਨਾਨਕ ਜੀ ਗਿਆਨ ਰੂਪੀ ਨਾਮ ਨਾਲ ਜਦੋਂ ਕਿਸੇ ਮਨ ਦੀ ਮੱਤ ਦੀ ਸਾਂਝ ਪੈਂਦੀ ਹੈ, ਗੂੜਾ ਪਿਆਰ ਪੈਂਦਾ ਹੈ, ਪ੍ਰੈਕਟੀਕਲ ਜਿਉਂਦਾ ਹੈ, ਸਮਝ ਲਓ ਵਾਹਿਗੁਰੂ ਜੀ ਦੀ ਸਤਿਗੁਰੂ ਕਿਰਪਾ ਕਰਨ, ਸਾਰਿਆਂ ਤੇ ਰਹਿਮਤਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ मन पीवै